ਤੁਸੀਂ ਇਹ ਕਹਿੰਦੇ ਐਨਕਾਊਂਟਰ ਹੱਲ ਆ। ਇੰਨੇ ਲੋਕ ਖੜੇ ਹੋਏ ਆ, ਕਿਸੇ ਕੋਈ ਇੱਕ ਕਹਿ ਦੇਵੇ ਮੈਂ ਨੌਜਵਾਨਾਂ ਨੂੰ ਕਮੈਂਟ ਕਰਦੇ ਦੇਖਿਆ ਕਿ ਪੁਲਿਸ ਵਾਲੇ ਸਿੱਧਾ ਐਨਕਾਊਂਟਰ ਕਰਨ ਇਹਨਾਂ ਦਾ। ਮੈਂ ਤਾਂ ਨਹੀਂ ਦੇਖਿਆ ਕਿਸੇ ਨੂੰ ਕਿ ਗਲੋਰੀਫਾਈ ਕਰਦਾ ਪਿਆ ਕਿ ਗੈਂਗਸਟਰ ਨੂੰ ਆਪਣਾ ਹੀਰੋ ਮੰਨਦਾ ਪਿਆ। ਫਿਰ ਜਾਂ ਤਾਂ ਤੁਸੀਂ ਹਨੇਰੇ 'ਚੋ ਜਾਂ ਮੈਂ ਹਨੇਰੇ 'ਚ। ਮੇਰੀ ਗੱਲ ਸੁਣੋ, ਤੁਸੀਂ ਗੱਲ ਨੂੰ ਸਮਝਦੇ ਨਹੀਂ, ਤੁਸੀਂ ਸਿਰਫ ਮੈਂ ਨਹੀਂ ਸਮਝਦਾ। ਦੇਸ਼ ਦੇ ਵਿੱਚ ਮਾਹੌਲ, ਮੈਂ ਫਿਰ ਕਹਿੰਦਾ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਲੱਗ ਰਹੀ ਅੱਗ, ਕੌਣ ਲਾ ਰਿਹਾ ਹੈ? ਅੱਜ ਜਿਹੜੀ ਤੁਸੀਂ ਗੱਲ ਕਹੀ, ਭਗਤ ਸਿੰਘ ਦੀ ਵਿਚਾਰਧਾਰਾ ਵੱਖਰੀ ਸੀ, ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਵੱਖਰੀ ਸੀ, ਬੜੇ ਮਤਭੇਦ ਵੀ ਸੀ, ਲੇਕਿਨ ਮਕਸਦ ਦੇਸ਼ ਦੀ ਆਜ਼ਾਦੀ ਸੀ। ਸਿਮਰਨਜੀਤ ਸਿੰਘ ਮਾਨ ਦੀ ਬੋਲੀ, ਜਵਾਹਰ ਲਾਲ ਨਹਿਰੂ ਦੀ ਬੋਲੀ ਆਪਸ ਦੇ ਵਿੱਚ ਮੇਲ ਖਾਂਦੀ ਹੈ। ਭਗਤ ਸਿੰਘ ਨੂੰ ਜਿਹੜਾ ਵੀ ਕੋਈ ਟੈਰਰਿਸਟ ਕਹੂਗਾ, ਅਸੀਂ ਉਹਦਾ ਵਿਰੋਧ ਕਰਾਂਗੇ। ਮਤਲਬ ਲਾਓਗੇ ਫੋਟੋ ਮਾਨ ਸਾਹਿਬ ਦੇ ਨਾਲ ਜਵਾਹਰ ਲਾਲ ਨਹਿਰੂ ਦੀਆਂ, ਲੱਗਣਗੇ ਵਿਰੋਧ ਦੇ ਇਹੋ ਜਿਹੇ ਨਾਰੇ ਲੱਗਣਗੇ, ਨਜ਼ਰ ਆਣਗੇ। ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਮੀਡੀਆ ਤੇ ਪ੍ਰੈਸ਼ਰ ਆ, ਤੁਸੀਂ ਕਿੱਥੇ ਥਰਮਾਮੀਟਰ 'ਚ ਚੈੱਕ ਕੀਤਾ? ਦੱਸੋ। ਮੈਂ ਤੁਹਾਨੂੰ ਹੁਣੇ ਇੰਟਰਵਿਊ ਦਿਖਾਣਾ ਇੱਕ, ਮੈਂ ਮੇਰੇ ਕੋਲ ਦੱਸੋ ਥਰਮਾਮੀਟਰ ਕਿਹੜਾ ਤੁਸੀਂ ਲੈ ਕੇ ਘੁੰਮਦੇ ਪਏ ਹੋ ਜਿਹਦੇ 'ਚ ਇੱਕ ਐਂਕਰ ਦੇ ਉੱਤੇ ਪਰਚੇ ਦਰਜ ਹੋ ਜਾਂਦੇ ਆ ਜੇ ਉਹ ਰਾਹੁਲ ਗਾਂਧੀ ਨੂੰ ਟਾਰਗੇਟ ਕਰਦਾ। ਕਾਂਗਰਸ ਵੀ ਤਾਂ ਕਰ ਸਕਦੀ ਜੇ ਕੁਝ ਕਰਨਾ ਚਾਹਵੇ ਤਾਂ। ਉਹੀ ਚਰਖੇ ਵਾਲੀ ਫੋਟੋ ਲਾ ਕੇ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ। ਉਦੋਂ ਇਹਨਾਂ ਨੂੰ ਗਾਂਧੀ ਬਹੁਤ ਪਿਆਰਾ ਲੱਗਦਾ ਸੀ, ਮਹਾਤਮਾ ਗਾਂਧੀ। ਅੰਗਰੇਜ਼ਾਂ ਨੂੰ ਲਿਖ ਕੇ ਚਿੱਠੀਆਂ 'ਚ ਮਾਫੀਆਂ ਮੰਗੀਆਂ, ਉਹ ਚੀਜ਼ ਨਹੀਂ ਹਜਮ ਹੁੰਦੀ। ਤੁਹਾਨੂੰ ਇਹ ਪਤਾ ਹੈ, ਜਦ ਮੈਂ ਤੁਹਾਡੀ ਗੱਲ ਨਾਲ ਸਹਿਮਤ, ਉਹਨਾਂ ਨੇ ਮਾਫੀ ਲਿਖੀ ਸੀਗੀ, ਪਰ ਤੁਹਾਨੂੰ ਇਹ ਪਤਾ ਕਿ ਮਹਾਤਮਾ ਗਾਂਧੀ ਤੇ ਵੀਰ ਸਾਵਰਕਰ ਕਿਸੇ ਟਾਈਮ ਦੇ ਵਿੱਚ ਅੱਛੇ ਦੋਸਤ ਵੀ ਸੀਗੇ। ਅੱਜ ਸਾਡਾ ਇੱਥੇ ਬੈਠਣ ਦਾ ਕੋਈ ਕਿਸੇ ਦਾ ਵਿਰੋਧ ਕਰਨ ਦਾ ਨਹੀਂ ਆ, ਸਾਡਾ ਵੀ ਅਮਨ ਸ਼ਾਂਤੀ ਬਣੀ ਰਵੇ ਪੰਜਾਬ 'ਚ। ਸ਼ਾਂਤੀ ਹੈ। ਤੁਹਾਨੂੰ ਕਿਉਂ ਲੱਗਦਾ ਕਿ ਮੁੰਡੇ ਜਿਹੜੇ ਹੈਗੇ ਨੇ, ਨੌਜਵਾਨ ਜਿਹੜੇ ਹੈਗੇ ਨੇ AK-47 ਚੁੱਕ ਲੈਣਗੇ? ਤੁਹਾਨੂੰ ਕਿਉਂ ਲੱਗਦਾ ਇਦਾਂ? ਸਿੱਧੂ ਮੂਸੇਵਾਲੇ ਨੂੰ ਕਿੰਨਾ ਨੇ ਮਾਰਿਆ? ਯਾਰ ਗੈਂਗਸਟਰ ਕਲਚਰ ਇਜ਼ ਟੋਟਲੀ ਡਿਫਰੈਂਟ, ਔਰ ਉਹ ਰੈਵੋਲੂਸ਼ਨਰੀ ਇੱਕ ਤਰੀਕੇ ਦੇ ਨਾਲ AK-47 ਚੱਕਣਾ, ਉਹਦੇ 'ਚ ਬਹੁਤ ਫਰਕ ਹੈ। ਮੈਂ ਇਹ ਕਹਿੰਦਾ ਕਾਂਗਰਸ ਪਾਰਟੀ ਨੇ ਵੀ ਕਈ ਸ਼ਹੀਦਾਂ ਨੂੰ ਇਗਨੋਰ ਕੀਤਾ। ਮੈਂ ਪਰਸਨਲੀ ਜਾ ਕੇ ਉਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਗੱਲ ਕੀਤੀ। ਬਾਕੀਆਂ ਦੇ ਚੈਨਲ ਨੇ ਕਿਹਦਾ ਕਿਹਨੂੰ ਕੀਤਾ? ਤੁਸੀਂ 78 ਦੀ ਗੱਲ ਕਰ ਲਓ, 77 ਦੀ ਗੱਲ ਕਰ ਲਓ। ਪੰਨੇ ਕਾਂਗਰਸ ਦੇ ਵੀ ਖੁੱਲਣਗੇ, ਛੱਡੋ ਉਹ ਕਿ ਪ੍ਰਤਾਪ ਬਾਜਵਾ ਕਹਿੰਦੇ ਕਿ ਤੁਸੀਂ ਉਹਦੀ ਗੱਲ ਕਰੋਗੇ ਤਾਂ ਮੈਂ ਲਾਰੈਂਸ ਬਿਸ਼ਨੋਈ ਦੀ ਵੀ ਗੱਲ ਕਰਾਂਗਾ। ਔਰ ਮੈਂ ਤੁਹਾਨੂੰ ਇਹ ਕਹਿੰਦਾ, ਕਾਂਗਰਸ ਦੀ ਇਹਦੇ ਵਿੱਚ ਬਹੁਤ ਵੱਡੀ ਦੇਣ ਆ। ਕੀ ਦੇਣ ਹੈ? ਕਾਂਗਰਸ ਦੀ ਆਜ਼ਾਦੀ ਕਿਹਨੇ ਦਵਾਈ ਆ? ਕਾਂਗਰਸ ਪਾਰਟੀ ਨੇ ਨਹੀਂ ਦਵਾਈ। ਇਸ ਦੇਸ਼ ਨੂੰ ਖੜਾ ਕਿਹਨੇ ਕੀਤਾ? ਇਹ ਤਾਂ ਦਿੱਕਤ ਹੈ। ਜਦੋਂ ਆਜ਼ਾਦੀ ਦੀ ਗੱਲ ਚੱਲਦੀ ਫਿਰ ਕਾਂਗਰਸ ਪਾਰਟੀ ਕਿਉਂ ਜਾਂਦਾ? ਉਹਦੇ 'ਚ ਹਰੇਕ ਬੰਦੇ ਦਾ, ਹਰ ਵਰਗ ਤੋਂ ਯੋਗਦਾਨ ਸੀਗਾ ਕਿ ਨਹੀਂ ਸੀਗਾ? ਮੈਂ ਕਹਿੰਦਾ ਕਾਂਗਰਸ ਪਾਰਟੀ ਦਾ ਯੋਗਦਾਨ ਸੀ ਕਿ ਨਹੀਂ ਸੀ? ਤੁਸੀਂ ਸਾਰੇ ਕਹਿੰਦੇ ਸੀ ਤੁਸੀਂ ਸਾਨੂੰ ਭਗਤ ਸਿੰਘ ਦੇ ਨਾਲ ਐਸੋਸੀਏਟ ਹੀ ਨਹੀਂ ਕਰਦੇ ਸੀ। ਆਮ ਆਦਮੀ ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ਦੇ ਵਿੱਚ ਦੱਸਤਾ ਐਕਟ ਆਫ ਟੈਰਰਿਜ਼ਮ, ਤੁਸੀਂ ਕਹਿੰਦੇ ਅਸੀਂ ਨਹੀਂ ਕਰਦੇ ਪਏ। ਸਿਮਰਨਜੀਤ ਸਿੰਘ ਮਾਨ ਇਸ ਚੀਜ਼ ਦਾ ਵਿਰੋਧ ਕਰਦੇ, RSS ਦੇ ਵਿਰੋਧ 'ਚ ਨੇ, ਉਹ ਭਾਜਪਾ ਦੇ ਵਿਰੋਧ 'ਚ ਨੇ। ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਨਹੀਂ? ਲੇਕਿਨ ਹੈ ਤਾਂ ਕਿਤੇ ਨਾ ਕਿਤੇ ਵਿਚਾਰਧਾਰਾ ਤਾਂ ਮੇਜ਼ ਹੀ ਖਾਂਦੀ ਆ ਨਾ। ਪਰ ਸਾਡੀ ਪਾਰਟੀ ਵੀ ਜਦੋਂ ਤੁਸੀਂ ਕਾਂਗਰਸ ਪਾਰਟੀ ਕਹਿੰਦੇ ਹੋ ਨਾ ਆਜ਼ਾਦੀ ਦਵਾਈ, ਤਾਂ ਉਹਦੇ 'ਚੋਂ ਭਗਤ ਸਿੰਘ ਐਕਸਕਲੂਡ ਹੋ ਜਾਂਦੇ ਕਿਉਂਕਿ ਉਹ ਪਾਰਟੀ ਦਾ ਹਿੱਸਾ ਨਹੀਂ ਸੀ। ਇਹ ਦੇਖੋ ਤੁਸੀਂ, ਇਹ ਮੀਡੀਆ ਦੀ ਨਰੇਸ਼ਨ ਆ। ਅਸੀਂ ਅੱਜ ਭਗਤ ਸਿੰਘ, ਅਸੀਂ ਅੱਜ ਦੇ ਭਗਤ ਸਿੰਘ ਵਾਸਤੇ ਨਹੀਂ ਬਹਿੰਦੇ। ਇੱਕ ਛੋਟਾ ਚਿੰਗਾਰੀ ਨਾ ਕਦੋਂ ਬੰਬ ਬਣ ਜੇ ਇਹ ਪਤਾ ਨਹੀਂ ਚੱਲਣਾ। ਸ਼ਾਇਦ ਅਸੀਂ ਤਾਂ ਪੋਲੀਟੀਕਲ ਪਾਰਟੀ, ਮੈਂ ਤਾਂ ਦਮ ਰੱਖਦਾ ਚ ਕਹਿੰਦਾ ਵੀ ਕਾਂਗਰਸ ਪਾਰਟੀ ਤੋਂ ਗਲਤੀ ਹੋਈ, ਲੇਕਿਨ ਤੁਸੀਂ ਕੀ ਕਹਿ ਸਕਦੇ ਹੋ ਵੀ ਆਮ ਮੀਡੀਆ ਤੋਂ ਵੀ ਗਲਤੀਆਂ ਹੋਈਆਂ? ਬਿਲਕੁਲ ਕਰਨਾ ਮੈਂ। ਮੋਦੀ ਮੀਡੀਆ ਵੀ ਹੈਗੀ ਆ, ਉਹ ਮੀਡੀਆ ਵੀ ਹੈਗੀ ਜਿਹੜੀ ਗੱਲ ਕਰਦੀ ਵੀ ਲੋਕਾਂ ਦੀ। ਮੈਂ ਤੁਹਾਨੂੰ ਕੀ ਕਹਿ ਰਿਹਾ, ਅੱਗ ਕੀ ਜਿੱਦਣ ਅੱਗ ਲੱਗ ਜੂਗੀ, ਜਿੱਦਣ ਬੰਬ ਬਲਾਸਟ ਹੋਣ ਲੱਗ ਪੈਣਗੇ, ਉਦੋਂ ਬੋਲਣਾ ਸ਼ੁਰੂ ਕਰੀਏ। ਜਿੱਦਣ ਜਾ ਕੇ ਨੌਜਵਾਨ ਵਾਕਿਆ AK-47 ਚੱਕ ਲੂਗਾ, ਉਦੋਂ ਬੋਲਣਾ। ਅੱਜ ਸੈਂਟੀਮੈਂਟ ਹੈ ਕਿ ਨਹੀਂ ਹੈ? ਕੋਰਟ ਦੇ ਵਿੱਚ ਟ੍ਰਾਇਲ ਦੌਰਾਨ ਭਗਤ ਸਿੰਘ ਦਾ ਕਹਿਣਾ ਸੀਗਾ ਕਿ ਦਾ ਸਵਾਰਡ ਆਫ ਰੈਵੋਲੂਸ਼ਨ ਇਜ਼ ਸ਼ਾਰਪਨਡ ਔਨ ਦਾ ਵੈਟਿੰਗ ਸਟੋਨਸ ਆਫ ਆਈਡੀਆਜ਼। ਪਰੇਸ਼ਾਨੀ ਕਿਸੇ ਦੇ ਬਿਆਨ ਦੇ ਨਾਲ ਨਹੀਂ ਹੋਣੀ ਚਾਹੀਦੀ ਹੈ, ਦਿੱਕਤ ਕਿਸੇ ਦੀ ਸਟੇਟਮੈਂਟ ਦੇ ਨਾਲ ਨਹੀਂ ਹੋਣੀ ਚਾਹੀਦੀ ਹੈ। ਇਹ ਲੜਾਈ ਬਹੁਤ ਲੰਬੀ ਹੈ। ਭਗਤ ਸਿੰਘ ਨੂੰ ਦਰਸਾਇਆ ਹਮੇਸ਼ਾ ਇਹ ਗਿਆ ਕਿ ਉਹਦੇ ਹੱਥ 'ਚ ਬੰਦੂਕ ਸੀਗੀ, ਉਹਨੇ ਬੰਬ ਸੁੱਟਿਆ, ਔਰ ਉਹਨੂੰ ਵੱਡੇ ਕੈਨਵਾਸ ਦੇ ਉੱਤੇ ਜਦੋਂ ਉਹਦੀ ਗੱਲ ਕਰਨੀ ਹੁੰਦੀ ਹੈ ਤਾਂ ਅਕਸਰ ਭਗਤ ਸਿੰਘ ਦੀ ਜੋ ਛਵੀ ਹੈ ਉਹਨੂੰ ਇਸੇ ਤਰੀਕੇ ਦੇ ਨਾਲ ਜ਼ਾਹਰ ਕੀਤਾ ਜਾਂਦਾ ਲੋਕਾਂ ਦੇ ਸਾਹਮਣੇ ਕਿ ਉਹਦੇ ਪਿੱਛੇ ਆਈਡੀਆਜ਼ ਨਹੀਂ ਸੀਗੇ। ਵਰਿੰਦਰ ਢਿੱਲੋਂ ਮੇਰੇ ਨਾਲ ਨੇ, ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ ਨੈੱਟ ਤੇ ਬੈਠਾ ਸਰਚ ਕਰ ਰਿਹਾ ਸੀਗਾ, ਟਾਈਪ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਭਗਤ ਸਿੰਘ ਸਮਾਰਕ ਕੋਈ ਇਹੋ ਜਿਹੀ ਥਾਂ ਹੈਗੀ ਆ। ਬਹੁਤ ਅਲੱਗ-ਅਲੱਗ ਥਾਵਾਂ ਦਿਖੀਆਂ। ਕਿਸੇ ਨੇ ਕਰਿਆਨੇ ਦੀ ਦੁਕਾਨ ਦਾ ਨਾਮ ਆਪਣਾ ਭਗਤ ਸਿੰਘ ਲਿਖਿਆ ਹੋਇਆ, ਕਿਸੇ ਨੇ ਕਨਫੈਕਸ਼ਨਰੀ ਦੀ ਦੁਕਾਨ ਦਾ ਲਿਖਿਆ ਹੋਇਆ। ਆਈਡੀਓਲੋਜੀਕਲ ਡਿਫਰੈਂਸ ਸੀਗੇ ਮਹਾਤਮਾ ਗਾਂਧੀ ਦੇ ਵਿੱਚ ਤੇ ਭਗਤ ਸਿੰਘ ਦੇ ਵਿਚਕਾਰ। ਅੱਜ ਤੁਸੀਂ ਉਸੇ ਸਮਾਰਕ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਹੋ। ਬਹੁਤ ਹੀ ਜਿਹੜੀ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਅਸੀਂ ਵੀ ਸਰਚ ਕੀਤਾ,
ਭਗਤ ਸਿੰਘ ਜੀ ਦੀ ਚੰਡੀਗੜ੍ਹ ਦੇ ਵਿੱਚ ਕੋਈ ਸਮਾਰਕ ਹੈਗੀ ਕਿ ਨਹੀਂ ਹੈਗੀ। ਫਿਰ ਮੈਂ ਉਹੀ ਕਹਿੰਦਾ, ਸਮਾਰਕਾਂ ਦੇ ਨਾਲ ਵਿਚਾਰਧਾਰਾਵਾਂ ਨਹੀਂ ਬਣਦੀਆਂ। ਅਸੀਂ ਉਹਨੂੰ ਫੋਟੋਆਂ ਤੱਕ ਸੀਮਿਤ ਕਰਤਾ, ਸਮਾਰਕਾਂ ਤੱਕ ਸੀਮਿਤ ਕਰਦਾ। ਹਾਂ, ਇਹ ਹੋਣੀਆਂ ਜ਼ਰੂਰੀ ਆ। ਮੈਨੂੰ ਇੱਕ ਚੀਜ਼ ਦੱਸੋ, ਮੇਰਾ ਵਿਆਹ ਨਹੀਂ ਹੋਇਆ, ਕੱਲ ਨੂੰ ਮੇਰਾ ਵਿਆਹ ਹੋਏਗਾ, ਮੇਰਾ ਬੱਚਾ ਮੇਰੇ ਨਾਲ ਜਾਏਗਾ, ਭਗਤ ਸਿੰਘ ਦੀ ਕਿਤੇ ਸਮਾਰਕ ਹੋਏਗੀ, ਉਹ ਪੁੱਛੇਗਾ ਤਾਂ ਸਹੀ ਕਿ ਭਗਤ ਸਿੰਘ ਦੀ ਸਮਾਰਕ ਹੈ, ਭਗਤ ਸਿੰਘ ਕੌਣ ਹੈ। ਹੁਣ ਅਸੀਂ ਇੱਧਰੋਂ ਨਿਕਲਾਂਗੇ, ਕੋਈ ਮੇਰੇ ਕੋਲ ਨਾਲ ਹੋਏਗਾ, ਪੁੱਛੇਗਾ ਯਾਰ ਗਾਂਧੀ ਜੀ ਸੀਗੇ, ਕੌਣ ਸੀਗੇ, ਇਹਦੇ ਬਾਰੇ ਦੱਸੋ। ਇਹ ਚੀਜ਼ਾਂ ਡਿਪਿਕਟ ਤਾਂ ਕਰਦੀਆਂ ਕੁਛ ਨਾ ਕੁਛ। ਬਿਲਕੁਲ ਲੰਕੇਸ਼ ਜੀ, ਤੁਹਾਡੀ ਗੱਲ ਸਹੀ ਆ। ਮੈਂ ਕਹਿ ਰਿਹਾ ਜ਼ਰੂਰੀ ਆ, ਲੇਕਿਨ ਫਿਰ ਉੱਥੇ ਤੱਕ ਸੀਮਿਤ ਨਾ ਰਹਿ ਜਾਣਾ। ਬੁੱਤ ਦੇ ਉੱਤੇ ਬੜੀ ਵਾਰ ਵੇਖਿਆ, ਬਾਅਦ 'ਚ ਆਪਾਂ ਕਈ ਵਾਰ ਉਹਨੂੰ ਦੁੱਧ ਨਾਲ ਧੋਈਦਾ, ਫਿਰ ਉੱਥੇ ਕੋਈ ਖਰਾਬ ਕਰ ਜਾਂਦਾ, ਕੋਈ ਉਹ ਬੁੱਤ ਢਾਹ ਜਾਂਦਾ। ਬੁੱਤ ਢਾਹਣ ਨਾਲ ਕਦੇ ਵਿਚਾਰਧਾਰਾ ਥੋੜ੍ਹਾ ਮਰ ਜਾਣੀ। ਇਹ ਵਿਚਾਰਧਾਰਾ ਦੀ ਲੜਾਈ ਆ। ਅੱਜ ਜਿਹੜੀ ਤੁਸੀਂ ਗੱਲ ਕਹੀ, ਭਗਤ ਸਿੰਘ ਦੀ ਵਿਚਾਰਧਾਰਾ ਵੱਖਰੀ ਸੀ, ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਵੱਖਰੀ ਸੀ, ਬੜੇ ਮਤਭੇਦ ਵੀ ਸੀ, ਲੇਕਿਨ ਮਕਸਦ ਦੇਸ਼ ਦੀ ਆਜ਼ਾਦੀ ਸੀ। ਮਕਸਦ ਸੀਗਾ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣਾ। ਉਹ ਕਹਿੰਦੇ ਸੀ ਆਜ਼ਾਦੀ ਤੋਂ ਬਾਅਦ ਦੇਸ਼ ਇਸ ਤਰੀਕੇ ਦਾ ਹੋਊਗਾ ਅਗਰ ਆਪਾਂ ਇਹ ਰਾਹ ਤੇ ਚੱਲਾਂਗੇ। ਮਹਾਤਮਾ ਗਾਂਧੀ ਜੀ ਦੀ ਕਹਿੰਦੇ ਸੀਗੇ ਵੀ ਆਪਾਂ ਦੇਸ਼ ਆਜ਼ਾਦ ਕਰਾ ਕੇ ਦੇਸ਼ ਨੂੰ ਇਸ ਰਾਹ ਦੇ ਉੱਤੇ ਤੋਰਨਾ। ਔਰ ਉਹਦੇ ਵਿੱਚ ਫਿਰ ਜਿਹੜਾ ਮਹਾਤਮਾ ਗਾਂਧੀ ਜੀ ਭਾਵੇਂ ਕਾਂਗਰਸ ਪਾਰਟੀ ਸੀ, ਹਾਲਾਂਕਿ ਭਗਤ ਸਿੰਘ ਜੀ ਕਾਂਗਰਸ ਪਾਰਟੀ ਨਾਲ ਇਤਫਾਕ ਨਹੀਂ ਰੱਖਦੇ ਸੀ, ਲੇਕਿਨ ਜਦੋਂ ਮਹਾਤਮਾ ਗਾਂਧੀ ਜੀ ਸੀ ਉਹਦੇ ਵਿੱਚ ਵੀ ਕਾਂਗਰਸ ਪਾਰਟੀ 'ਚ ਵੀ ਮਤਭੇਦ ਸੀਗੇ। ਮਤਭੇਦ ਹੋਣਾ ਕੋਈ ਮਾੜੀ ਗੱਲ ਨਹੀਂ ਆ, ਲੇਕਿਨ ਕਿਸੇ ਨੂੰ ਮਾੜਾ ਚੰਗਾ ਬੋਲਣਾ, ਆਪਣੇ ਆਪ ਨੂੰ ਵੱਡਾ ਕਰਨ ਕਰਕੇ ਕਿਸੇ ਹੋਰ ਨੂੰ ਮਾੜਾ ਦਿਖਾਣਾ, ਇਸ ਚੀਜ਼ ਦਾ ਵਿਰੋਧ ਆ। ਅੱਜ ਪੰਜਾਬ ਦੇ ਵਿੱਚ ਵੀ ਇਹੋ ਕੁਝ ਚੱਲ ਰਿਹਾ, ਦੇਸ਼ ਦੇ ਵਿੱਚ ਵੀ ਇਹੋ ਕੁਝ ਚੱਲ ਰਿਹਾ। ਕੋਈ ਕਹਿੰਦਾ ਤੁਸੀਂ ਸਾਡੀ ਗੱਲ ਨਹੀਂ ਮੰਨਦੇ, ਦੇਸ਼ ਦੇ ਵਿੱਚ ਤੁਸੀਂ ਪਾਕਿਸਤਾਨ ਚਲ ਜਾਓ। ਪੰਜਾਬ ਦੇ ਵਿੱਚ ਉਹ ਕਹਿੰਦੇ ਆ ਵੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਨੂੰ ਮਾਰ ਦਾਂਗੇ। ਸਿਮਰਨਜੀਤ ਸਿੰਘ ਮਾਨ ਇਸ ਚੀਜ਼ ਦਾ ਵਿਰੋਧ ਕਰਦੇ, ਆਰਐਸਐਸ ਦੇ ਵਿਰੋਧ 'ਚ ਨੇ, ਉਹ ਭਾਜਪਾ ਦੇ ਵਿਰੋਧ 'ਚ ਨੇ। ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਨਹੀਂ? ਲੇਕਿਨ ਹੈ ਤਾਂ ਕਿਤੇ ਨਾ ਕਿਤੇ ਵਿਚਾਰਧਾਰਾ ਤਾਂ ਮੇਜ਼ ਹੀ ਖਾਂਦੀ ਆ ਨਾ। ਵਿਚਾਰਧਾਰਾ ਅਗਰ ਤੁਸੀਂ ਅਗਰ ਸੋਚ ਕਹੋ, ਹਾਰਡ ਲਾਈਨਰ ਹੀ ਆ ਨਾ ਦੋਨੋਂ। ਅੱਜ ਦੋਵਾਂ ਦੀ ਸੋਚ ਹਾਰਡ ਲਾਈਨਰ ਆ। ਉਹ ਇੱਕ ਧਰਮ 'ਚ ਪੈਦਾ ਹੋ ਗਏ, ਉਹ ਉਸ ਧਰਮ ਦੀ ਗੱਲ ਕਰਨ ਲੱਗ ਪਏ, ਉਹ ਦੂਜੇ ਧਰਮ 'ਚ ਪੈਦਾ ਹੋ ਗਏ, ਉਹ ਦੂਜੇ ਧਰਮ ਦੀ ਗੱਲ ਕਰਨ ਲੱਗ ਪਏ। ਸੈਕੂਲਰਿਜ਼ਮ ਦੀ ਗੱਲ ਕੌਣ ਕਰ ਰਿਹਾ? ਕੌਣ ਕਹਿ ਰਿਹਾ ਵੀ ਯਾਰ ਨਹੀਂ ਆਪਾਂ ਸਾਰੇ ਰਲ ਮਿਲ ਕੇ ਰਹਿ ਸਕਦੇ ਹਾਂ? ਕੌਣ ਕਹਿ ਰਿਹਾ ਵੀ ਪੰਜਾਬ ਗੋਡਸੇ ਨੂੰ ਕੌਣ ਮੰਨਦਾ? ਨੱਥੂਰਾਮ ਗੋਡਸੇ ਨੂੰ ਬੀਜੇਪੀ ਮੰਨਦੀ ਆ ਨਾ। ਉਹਨੂੰ ਆਪਣਾ ਰੱਬ ਮੰਨਦੇ ਆ। ਉਹਨੂੰ ਕਹਿੰਦੇ ਆ ਵੀ ਉਹ ਸ਼ਹੀਦ ਸੀ, ਉਹਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਉਵੇਂ ਅਗਰ ਤੁਸੀਂ ਬਾਕੀਆਂ ਦੀ ਗੱਲ ਕਰੋਗੇ, ਅਸੀਂ ਕਹਿੰਦੇ ਆ ਵੀ ਜਿੰਨੇ ਵੀ ਅਸਲਾ ਚੱਕਿਆ, ਜਿੰਨੇ ਵੀ ਕਿਸੇ ਨੇ ਨੌਨ ਵਾਇਲੈਂਸ ਦੇ ਉੱਤੇ ਰਾਹ ਦੇ ਉੱਤੇ ਚੱਲਿਆ, ਜਿੰਨੇ 47 ਚੱਕੀਆਂ, ਅਸੀਂ ਕਹਿੰਦੇ ਆ ਵੀ 47 ਚੱਕਣਾ ਗਲਤ ਆ। ਅਸੀਂ ਕਹਿੰਦੇ ਆ ਕਿਸੇ ਨੂੰ ਮਾਰ ਦੇਣਾ ਗਲਤ ਆ। ਭਾਵੇਂ ਸਾਡਿਆਂ ਨੇ ਕੀਤਾ, ਭਾਵੇਂ ਬਗਾਨਿਆਂ ਨੇ ਕੀਤਾ, ਵਿਚਾਰਧਾਰਾ ਵਾ। ਸਾਡੀ ਸਰਕਾਰ 'ਚ ਵੀ ਕਈ ਲੋਕ ਆ ਗਏ, ਸਾਡੇ 'ਚ ਵੀ ਕਈ ਵਿਚਾਰਧਾਰਾ ਦੀ ਲੜਾਈ ਆ ਨਾ। ਅੱਜ ਨੌਜਵਾਨਾਂ ਵਿੱਚ ਕਿਹੜੀ ਵਿਚਾਰਧਾਰਾ ਵਾ? ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਕਿਉਂ ਇੰਨਾ ਆ ਰਿਹਾ? ਕਿਉਂਕਿ ਵਿਚਾਰਧਾਰਾ ਵੀ ਨਹੀਂ, ਅਸਲੇ ਚੱਕ ਕੇ ਹੱਲ ਕੱਢਾਂਗੇ। ਅੱਛਾ, ਚੋਰਾ ਚੋਰੀ ਹੋਇਆ ਸੀਗਾ, ਮਹਾਤਮਾ ਗਾਂਧੀ ਨੇ ਉਸੇ ਵੇਲੇ ਆਪਣਾ ਜਿਹੜਾ ਪ੍ਰੋਟੈਸਟ ਸੀਗਾ ਵਾਪਸ ਵੀ ਲਿੱਤਾ, ਸਭ ਕੁਝ ਹੋਇਆ। ਮਹਾਤਮਾ ਗਾਂਧੀ ਤੇ ਭਗਤ ਸਿੰਘ ਦੇ ਵਿੱਚ 67 ਉਮਰ ਇਹੀ ਜੰਗ ਰਹੀ ਉਹਨਾਂ ਦੇ ਵਿਚਾਰਾਂ ਦੀ। ਇੱਕ ਪਾਸੇ ਉਸ ਟਾਈਮ ਤੇ ਉਹ ਅਸਲੇ ਦੀ ਗੱਲ ਕਰਦੇ ਪਏ ਸੀਗੇ, ਭਗਤ ਸਿੰਘ ਦੇ ਹੱਥ ਵਿੱਚ ਅਸਲਾ ਸੀਗਾ ਔਰ ਵਾਇਲੈਂਟ ਹੋ ਕੇ ਵਿੱਚ ਕਈ ਚੀਜ਼ਾਂ ਕੀਤੀਆਂ, ਔਰ ਮਹਾਤਮਾ ਗਾਂਧੀ ਜਿਹੜੇ ਸੀਗੇ ਨਾਨ ਵਾਇਲੈਂਸ ਦੀ ਗੱਲ ਕਰਦੇ ਪਏ ਸੀਗੇ। ਮੈਨੂੰ ਇੱਕ ਚੀਜ਼ ਦੱਸੋ, ਜਦੋਂ ਇਹਨਾਂ ਦੋਵਾਂ ਦੇ ਵਿੱਚ ਜੇ ਕੁਝ ਤੁਸੀਂ ਚੁਣਨਾ ਹੋਵੇ ਜਾਂ ਗੱਲ ਕਰਨੀ ਹੋਵੇ ਤਾਂ ਫਿਰ ਤੁਹਾਡੇ ਲਈ ਕੌਣ ਸਹੀ ਹੈ? ਭਗਤ ਸਿੰਘ ਸਹੀ ਹੈ ਜਾਂ ਮਹਾਤਮਾ ਗਾਂਧੀ ਸਹੀ ਹੈ? ਦੇਖੋ, ਮੈਂ ਕਹਿੰਦਾ ਵੀ ਸਾਡੀ ਔਕਾਤ ਨਹੀਂ ਹੈਗੀ ਇਹਨਾਂ ਨੂੰ ਸਹੀ ਗਲਤ ਕਹਿਣ ਦੀ। ਸਾਡੀ ਔਕਾਤ ਨਹੀਂ ਆ ਵੀ ਅਸੀਂ ਮਹਾਤਮਾ ਗਾਂਧੀ ਔਰ ਭਗਤ ਸਿੰਘ ਨੂੰ ਸਹੀ ਗਲਤ ਕਹਿ ਸਕੀਏ। ਅਸੀਂ ਇੰਨੇ ਵਿਦਵਾਨ ਔਰ ਪੜ੍ਹੇ ਲਿਖੇ ਵੀ ਨਹੀਂ ਆ ਵੀ ਇਹਨਾਂ ਦੀ ਵਿਚਾਰਧਾਰਾ ਨੂੰ ਅੱਜ ਬਖੂਬੀ ਸਮਝ ਸਕੀਏ। ਅਸੀਂ ਨੌਜਵਾਨ ਅੱਜ ਇਹਨਾਂ ਨੂੰ ਤੁਸੀਂ ਸਵਰਕਰ ਤੇ ਤਾਂ ਬੜੇ ਸਵਾਲ ਚੁੱਕਦੇ ਹੋ। ਵੀਰ ਸਵਰਕਰ ਤੇ ਉਹਨਾਂ ਨੇ ਵੀ ਕੈਦਾਂ ਕੱਟੀਆਂ, ਕਾਲੇ ਪਾਣੀ ਗਏ, ਉਹਨਾਂ ਹਰ ਥਾਂ ਤੇ ਜਾ ਕੇ ਉਹਨਾਂ ਨੇ ਕੈਦ ਵੀ ਕੱਟੀ, ਉਹ ਵੀ ਲੜੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਸੰਘਰਸ਼ 'ਚ ਕੋਈ ਨਾ ਕੋਈ ਭੂਮਿਕਾ ਸੀਗੀ। ਤੁਸੀਂ ਉਹਦੇ ਤੇ ਸਵਾਲ ਚੁੱਕਦੇ ਹੋ, ਉਹਨਾਂ ਦੇ ਵੀ ਕਿਤੇ ਨਾ ਕਿਤੇ ਉਹਨਾਂ ਦਾ ਵੀ ਤਾਂ ਯੋਗਦਾਨ ਸੀਗਾ ਹੀ। ਜਦੋਂ ਵੀਰ ਸਵਰਕਰ ਨੂੰ ਮਾਫੀਆਂ ਵੀ ਮੰਗੀਆਂ, ਅੰਗਰੇਜ਼ਾਂ ਤੋਂ ਕਲੇਮੈਂਸੀ ਵੀ ਮੰਗੀ, ਅੰਗਰੇਜ਼ਾਂ ਨੂੰ ਲਿਖ ਕੇ ਚਿੱਠੀਆਂ 'ਚ ਮਾਫੀਆਂ ਮੰਗੀਆਂ, ਉਹ ਚੀਜ਼ ਨਹੀਂ ਹਜਮ ਹੁੰਦੀ। ਤੁਹਾਨੂੰ ਇਹ ਪਤਾ ਹੈ, ਜਦ ਮੈਂ ਤੁਹਾਡੀ ਗੱਲ ਨਾਲ ਸਹਿਮਤ, ਉਹਨਾਂ ਨੇ ਮਾਫੀ ਲਿਖੀ ਸੀਗੀ, ਪਰ ਤੁਹਾਨੂੰ ਇਹ ਪਤਾ ਕਿ ਮਹਾਤਮਾ ਗਾਂਧੀ ਤੇ ਵੀਰ ਸਵਰਕਰ ਕਿਸੇ ਟਾਈਮ ਦੇ ਵਿੱਚ ਅੱਛੇ ਦੋਸਤ ਵੀ ਸੀਗੇ। ਤੁਹਾਨੂੰ ਇਹ ਪਤਾ ਪਹਿਲੀ ਕੈਬਨਿਟ ਵਿੱਚ ਸੰਘ ਤੋਂ ਕਿਹੜੇ ਬੰਦੇ ਨੂੰ ਕਾਂਗਰਸ ਪਾਰਟੀ ਨੇ ਨਾਲ ਰੱਖਿਆ ਸੀ ਨਾ? ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ
ਵਿਚਾਰਾਂ ਦੀ ਲੜਾਈ ਆ। ਉਦੋਂ ਸਾਰੇ ਭਾਵੇਂ ਮਤਭੇਦ ਸੀ ਵਿਚਾਰਾਂ ਦੇ, ਲੇਕਿਨ ਐ ਆਮਣੇ ਸਾਹਮਣੇ ਬਹਿ ਸਕਦੇ ਸੀ। ਇੱਥੋਂ ਤੱਕ ਵੀ ਕੈਬਨਿਟ ਦੇ ਵਿੱਚ ਪਹਿਲੀ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ B.R. ਅੰਬੇਦਕਰ ਨਾਲ ਫਰਕ ਸੀ ਬੜੇ ਗੱਲਾਂ ਦੇ ਉੱਤੇ, ਲੇਕਿਨ ਜਦੋਂ ਮਸਲਾ ਆਂਦਾ ਸੀ ਉਦੋਂ ਸਾਰੇ ਇਕੱਠੇ ਹੁੰਦੇ ਸੀ। ਅੱਜ ਮਾਹੌਲ ਹੈਗਾ ਵਾ ਇਕੱਠੇ ਹੋਣ ਦਾ। ਅੱਜ ਆਲ ਪਾਰਟੀ ਮੀਟਿੰਗ ਬੁਲਾ ਲਿੱਤੀ ਜਾਵੇ, ਕੀ ਸਾਰੇ ਇਕੱਠੇ ਹੋ ਕੇ ਬਹਿ ਸਕਦੇ ਆ? ਅਸੀਂ ਮੈਂ ਤੁਹਾਨੂੰ ਫਿਰ ਕਹਿੰਦਾ, ਮੇਰੀ ਔਕਾਤ ਨਹੀਂ ਆ ਵੀ ਅਸੀਂ ਇਹਨਾਂ ਤੇ ਟਿੱਪਣੀਆਂ ਕਰੀਏ, ਲੇਕਿਨ ਜਦੋਂ ਬਿਲਕੁਲ ਸਾਡੇ ਤੇ ਅਟੈਕ ਕਰਨ ਲੱਗ ਪੈਂਦੇ ਆ, ਸਾਨੂੰ ਲੋਕਾਂ ਨੂੰ ਦੱਸਣਾ ਪੈਂਦਾ ਵੀ ਭਾਈ ਆ ਇਹਨਾਂ ਦੀ ਅਸਲੀਅਤ ਆ। ਅਗਰ ਉਹ ਵੀ ਕੁਝ ਬੋਲ ਰਹੇ ਆ ਜਾਂ ਅਸੀਂ ਕੁਝ ਬੋਲ ਰਹੇ ਆ, ਗੱਲ ਤਾਂ ਫੈਸਲਾ ਕਿੱਥੇ ਹੋਊਗਾ? ਫੈਸਲਾ ਸਿਰਫ ਵਿਰੋਧ ਕਿਸ ਚੀਜ਼ ਦਾ ਵਾ? ਵਿਰੋਧ ਉਸ ਤਰੀਕੇ ਦਾ ਵਾ ਜਿੱਥੇ ਅੱਗ ਲੱਗੇ, ਜਿੱਥੇ ਅਸਲਾ ਚੱਕਿਆ ਜਾਵੇ, ਜਿੱਥੇ 47 ਚੱਕੀਆਂ ਜਾਣ। ਸੰਤਾਪ ਕਿਹਨਾਂ ਨੇ ਭੋਗਿਆ? ਸੰਤਾਪ ਨੌਜਵਾਨਾਂ ਨੇ ਭੋਗਿਆ। ਲੀਡਰ ਫਿਰ ਬਚ ਗਏ। ਲੀਡਰਾਂ ਨੇ ਜੇਲਾਂ ਕੱਟ ਲੀਆਂ, ਮਰੇ ਕਿਹੜੇ? ਕੁਰਬਾਨੀਆਂ ਕਿਹਨਾਂ ਨੇ ਦਿੱਤੀਆਂ? ਅੱਛਾ, ਮੈਂ ਤੁਹਾਡੇ ਕੋਲ ਇਹ ਨਹੀਂ ਪੁੱਛਾਂਗਾ ਕਿ ਕਾਂਗਰਸ ਨੇ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਭਗਤ ਸਿੰਘ ਨੂੰ, ਕਿਉਂਕਿ ਫਿਰ ਤੁਸੀਂ ਆਰਟੀਕਲ 18 ਦਾ ਜ਼ਿਕਰ ਕਰੋਗੇ। ਪਰ ਜਵਾਹਰ ਲਾਲ ਨਹਿਰੂ ਆਪਣੀ ਕਿਤਾਬ ਦ ਡਿਸਕਵਰੀ ਆਫ ਇੰਡੀਆ ਦੇ ਵਿੱਚ ਜਦੋਂ ਸਾਂਡਰਸ ਨੂੰ ਭਗਤ ਸਿੰਘ ਮਾਰਦੇ ਉਹਨੂੰ ਐਕਟ ਆਫ ਟੈਰਰਿਜ਼ਮ ਦੱਸਦੇ ਆ। ਸਿਮਰਨਜੀਤ ਸਿੰਘ ਮਾਨ ਦੀ ਬੋਲੀ ਤੇ ਜਵਾਹਰ ਲਾਲ ਨਹਿਰੂ ਦੀ ਬੋਲੀ ਆਪਸ ਦੇ ਵਿੱਚ ਮੇਲ ਖਾਂਦੀ ਹੈ। ਮੈਂ ਸ਼ਹੀਦ ਦਾ ਦਰਜਾ ਤਾਂ ਦਿੱਤਾ ਨਹੀਂ, ਪਰ ਕਿਤਾਬ 'ਚ ਤਾਂ ਲਿਖਤਾ ਕਿ ਐਕਟ ਆਫ ਟੈਰਰਿਜ਼ਮ ਹੀ ਸੀਗਾ ਸਾਂਡਰਸ ਨੂੰ ਮਾਰਨਾ। ਤੁਹਾਨੂੰ ਇਹ ਗੱਲ ਫਿਰ ਬਤੌਰ ਜ਼ਿੰਮੇਵਾਰ ਤੌਰ ਤੇ ਕਹਿੰਦਾ, ਭਗਤ ਸਿੰਘ ਨੂੰ ਜਿਹੜਾ ਵੀ ਕੋਈ ਟੈਰਰਿਸਟ ਕਹੂਗਾ ਅਸੀਂ ਉਹਦਾ ਵਿਰੋਧ ਕਰਾਂਗੇ। ਲਾਓਗੇ ਫੋਟੋਆਂ ਮਾਨ ਸਾਹਿਬ ਦੇ ਨਾਲ ਜਵਾਹਰ ਲਾਲ ਨਹਿਰੂ ਦੀਆਂ, ਲੱਗਣਗੇ ਵਿਰੋਧ ਦੇ ਇਹੋ ਜਿਹੇ ਨਾਰੇ ਲੱਗਣਗੇ, ਨਜ਼ਰ ਆਣਗੇ? ਮੈਂ ਤੁਹਾਨੂੰ ਇਹ ਕਹਿੰਦਾ, ਰਾਹੁਲ ਗਾਂਧੀ ਅੱਜ ਸਾਡੇ ਲੀਡਰ ਆ, ਉਹ ਭਗਤ ਸਿੰਘ ਨੂੰ ਅੱਤਵਾਦੀ ਮੰਨਦੇ ਆ? ਦੱਸੋ। ਅੱਜ ਦੇ ਲੀਡਰਸ਼ਿਪ ਦੀ ਗੱਲ ਕਰੋ। ਆਪਾਂ ਹਿਸਟਰੀ ਦੇ ਵਿੱਚ ਬਹੁਤ ਕੁਝ ਰਿਕਾਰਡ ਆਇਆ, ਹਿਸਟਰੀ ਵਿੱਚ ਬਹੁਤ ਕੁਝ ਕਿਹਾ ਗਿਆ। ਇੱਕ ਸੈਂਟੈਂਸ ਨੂੰ ਚੱਕ ਕੇ ਆਪਾਂ ਸਾਰੀ ਚੀਜ਼ ਨੂੰ ਜਸਟੀਫਾਈ ਨਹੀਂ ਕਰ ਸਕਦੇ। ਵਿਪਿਨ ਲਾਲ ਚੰਦਰਾ ਦੀ ਕਿਤਾਬ ਦੇ ਵਿੱਚ ਵੀ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਹਾਂ ਰੈਵੋਲੂਸ਼ਨਰੀ ਟੈਰਰਿਸਟ ਸੀਗਾ ਭਗਤ ਸਿੰਘ। ਅੱਜ ਲਾਲਾ ਲਾਜਪਤ ਰਾਏ ਨੂੰ ਕੀ ਕੁਝ ਕਿਹਾ ਜਾ ਰਿਹਾ? ਅੱਜ ਆਪਣਾ ਕੀ ਕਹਿੰਦੇ, ਤੁਸੀਂ ਵੇਖੋਗੇ ਤੇ ਇਹ ਅੱਜ ਤਾਂ ਰੱਬ ਨੂੰ ਨਹੀਂ ਬਖਸ਼ਿਆ ਜਾ ਰਿਹਾ। ਅੱਜ ਤਾਂ ਮੈਂ ਕਹਿੰਦਾ ਕੁਝ ਲੋਕਾਂ ਨੇ ਧਰਮ ਦੇ ਨਾਮ ਦੇ ਉੱਤੇ ਕੀ ਕੁਝ ਕਰਨਾ ਸ਼ੁਰੂ ਕਰ ਦਿੱਤਾ। ਧਰਮ ਨੂੰ ਵੀ ਆਪਾਂ ਵੰਡ ਕੇ ਰੱਖਤਾ। ਗੱਲ ਮਸਲਾ ਤੁਸੀਂ ਅੱਜ ਦਾ ਵਰਤਮਾਨ ਦੀ ਜਿਹੜੀ ਗੱਲ ਆ, ਅੱਜ ਲੜਾਈ ਆ ਬੇਰੋਜ਼ਗਾਰੀ ਦੀ। ਮੇਰੀ ਲੰਕੇਸ਼ ਜੀ ਗੱਲ ਸੁਣੋ ਧਿਆਨ ਨਾਲ। ਅੱਜ ਇਹ ਸਿਮਰਜੀਤ ਮਾਨ ਰੈਲੇਵੈਂਟ ਹੋਣ ਨੂੰ ਇਹ ਗੱਲਾਂ ਕਹਿ ਰਹੇ ਆ। ਅਗਰ ਉਹ ਹਿਸਟਰੀ ਦੀ ਗੱਲ ਕਰਦੇ ਹੁੰਦੇ ਨਾ, ਅੱਜ ਉਹ ਸਿਰਫ ਆਪਣੀ ਰੈਲੇਵੈਂਸ, ਆਪਣੀ ਪੋਲੀਟੀਕਲ ਰੈਲੇਵੈਂਸ ਬਣਾਉਣ ਨੂੰ। ਔਰ ਸਾਡੀ ਲੜਾਈ ਸਿਮਰਜੀਤ ਮਾਨ ਦੇ ਨਾਲ ਨਹੀਂ ਆ, ਮੈਂ ਤੁਹਾਨੂੰ ਕਹਿ ਰਿਹਾ। ਸਾਡੀ ਲੜਾਈ ਜਿਹੜੇ ਨੌਜਵਾਨ ਅੱਜ ਇਸ ਅੱਗ ਦੇ ਵਿੱਚ ਝੁਕਦਾ ਜਾ ਰਿਹਾ। ਅੱਜ ਨੌਜਵਾਨ ਬਿਨਾਂ ਸੋਚੇ ਸਮਝੇ, ਅੱਜ ਮੈਂ ਵੇਖ ਰਿਹਾ ਸੀ ਕਈ ਲੋਕਾਂ ਨੇ ਇਹੋ ਜਿਹੀਆਂ ਪੋਸਟਾਂ ਪਾਤੀਆਂ ਜਿਹੜੇ ਮੈਨੂੰ ਇੱਕ ਮੈਸੇਜ ਆਇਆ। ਮੈਂ ਉਸ ਬੰਦੇ ਨੂੰ ਅਪੀਲ ਕੀਤੀ, ਨਾਮ ਕਾਹਨੂੰ ਲੈਣਾ, ਕਹਿੰਦਾ ਬਾਈ ਜੀ ਪੰਜਾਬ ਨਾਲ ਤਾਂ ਬਹੁਤ ਧੱਕਾ ਹੋ ਗਿਆ। ਲਾ ਦੋ ਨਾਮ, ਲਾ ਦੋ। ਨਹੀਂ ਚਲੋ ਛੱਡੋ, ਫਿਰ ਉਹ ਗੱਲ ਦਾ ਮਾਇਨੇ ਨਹੀਂ ਰੱਖਦੇ। ਅਗਲੇ ਨੇ ਕੌਨਫੀਡੈਂਸ਼ਲੀ ਗੱਲ ਕੀਤੀ ਆ। ਧੱਕਾ ਸ਼ਬਦ ਨੂੰ ਇਸ ਤਰੀਕੇ ਨਾਲ ਵਰਤਿਆ ਜਾ ਰਿਹਾ ਵੀ ਹਰੇਕ ਨੂੰ ਇਹ ਦਿਖਾਇਆ ਜਾ ਰਿਹਾ ਵੀ ਪੰਜਾਬ ਨਾਲ ਬਹੁਤ ਧੱਕਾ ਹੋ ਗਿਆ। ਪੰਜਾਬ ਆਬਾਦ ਵੀ ਬਹੁਤ ਹੋਇਆ, ਪੰਜਾਬ ਦੇ ਵਿੱਚ ਬਹੁਤ ਕੁਝ ਬਣਿਆ ਵੀ, ਲੇਕਿਨ ਇੱਕ ਨੈਗੇਟਿਵਿਟੀ ਫੈਲਾਈ ਜਾ ਰਹੀ ਆ, ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਇਹ ਦਰਸਾਇਆ ਜਾ ਰਿਹਾ ਵੀ ਤੁਸੀਂ ਤਾਂ ਬਰਬਾਦ ਹੋ ਚੁੱਕੇ ਹੋ, ਔਰ ਇਸ ਬਰਬਾਦੀ ਤੋਂ ਬਾਅਦ ਹੁਣ ਇਹਦਾ ਰਾਹ ਕੀ ਆ? ਆਓ ਆਪਾਂ ਸਾਰੇ ਅਸਲੇ ਚੱਕੀਏ। ਢਿੱਲੋਂ ਸਾਹਿਬ, ਤੁਸੀਂ ਕਹਿੰਦੇ ਹੋ ਪਾਸਟ 'ਚ ਨਾ ਜਾਓ, ਤੁਸੀਂ ਹੁਣ ਪ੍ਰੈਜ਼ੀਡੈਂਟ ਦੀ ਗੱਲ ਕਰੋ। ਪਾਸਟ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਹਿਸਟਰੀ ਦੀ ਗੱਲ ਨਾ ਕਰੋ ਤੁਸੀਂ। ਕਿ ਬਿਲਕੁਲ ਨਹੀਂ ਕਹਿ ਰਿਹਾ ਹਿਸਟਰੀ ਜਾਣਾ ਚਾਹੀਦਾ। ਹਿਸਟਰੀ ਆਪਣਾ ਜਿਹੜਾ ਭਾਵੇਂ ਪਾਸਟ ਆ, ਭਾਵੇਂ ਪ੍ਰੈਜ਼ੈਂਟ ਆ, ਭਾਵੇਂ ਫਿਊਚਰ ਆ, ਉਹ ਤੋਂ ਆਪਾਂ ਪਾਸੇ ਹੋ ਕੇ ਗੱਲ ਨਹੀਂ ਕਰ ਸਕਦੇ। ਪਰ ਭਗਤ ਸਿੰਘ ਦੇ ਪਰਿਵਾਰ ਦੀ ਹਮੇਸ਼ਾ 2010 ਦੇ ਵਿੱਚ ਮਿਡ ਡੇ ਨੂੰ ਇੰਟਰਵਿਊ ਦਿੰਦੇ ਆ ਭਤੀਜੇ ਭਗਤ ਸਿੰਘ ਦੇ ਜਿਹੜੇ ਸੀਗੇ, ਉਹਨਾਂ ਨੇ ਇਹ ਕਿਹਾ ਸੀਗਾ ਕਿ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੂੰ ਇੰਨੀ ਕੁ ਮਾਈਲੇਜ ਦਿੱਤੀ ਗਈ ਹੈ ਔਰ ਜਾਣ ਕੇ ਦਿੱਤੀ ਗਈ ਹੈ ਤਾਂ ਕਿ ਜਿਹੜਾ ਭਗਤ ਸਿੰਘ ਦਾ ਇੱਕ ਅਕਸ ਸੀਗਾ ਉਹ ਕਿਤੇ ਨਾ ਕਿਤੇ ਲੁਕਿਆ ਰਵੇ। ਦੇਖੋ ਅੱਜ ਉਹਨਾਂ ਨੂੰ, ਅੱਜ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਫੋਟੋਆਂ ਲਾਈਆਂ ਆਪਣੇ ਦਫ਼ਤਰਾਂ 'ਚ, ਅੱਜ ਉਸੇ ਪਰਿਵਾਰ ਨੂੰ ਅੱਜ ਉਹ ਮਿਲ ਨਹੀਂ ਰਹੇ। ਭਗਤ ਸਿੰਘ ਦਾ ਪਰਿਵਾਰ 6 ਘੰਟੇ ਬਾਹਰ ਉਹਨਾਂ ਦੇ ਘਰ ਦੇ ਬਾਹਰ ਬਹਿ ਕੇ ਆ ਗਿਆ। ਸੋ ਇੱਕ ਮੈਂ ਤੁਹਾਨੂੰ ਫਿਰ ਉਹ ਕਹਿ ਰਿਹਾ, ਉਹ ਕਹਿੰਦੇ ਜੋ ਕਾਂਗਰਸ ਨਹੀਂ ਕਰ ਸਕੀ, ਸ਼ਹੀਦਾਂ ਦਾ ਦਰਜਾ ਨਹੀਂ ਦਿਵਾਇਆ, ਅਸੀਂ ਦਿਵਾਵਾਂਗੇ। ਇਹ 23 ਮਾਰਚ ਨੂੰ 2022 23 ਮਾਰਚ ਨੂੰ ਉਹਨਾਂ ਨੇ ਆਪ ਕਿਹਾ, ਭਗਵੰਤ ਮਾਨ ਹੋਰਾਂ ਨੇ ਆਪ ਕਿਹਾ ਹੈ। ਫਿਰ ਤੁਸੀਂ ਆਰਟੀਕਲ 18 ਦੀ ਗੱਲ ਕੀਤੀ ਸੀ। ਇਹ ਭਗਵੰਤ ਮਾਨ ਦਾ ਬਿਆਨ ਮੈਂ ਦੱਸਦਾ ਪਿਆ ਤੁਹਾਨੂੰ। ਇੰਨੀ ਔਕਾਤ ਨਹੀਂ ਆ ਸਰਕਾਰਾਂ ਦੀ ਵੀ ਇਹਨਾਂ ਨੂੰ ਦਰਜੇ ਦੇ ਸਕਣ। ਇਹ ਦੇਸ਼ ਸਰਕਾਰਾਂ ਇਹਨਾਂ ਕਰਕੇ ਆ, ਇਹ ਮਹਾਨ ਸ਼ਖਸੀਅਤਾਂ ਕਰਕੇ। ਇਹਨਾਂ ਦੀ ਔਕਾਤ ਨਹੀਂ ਆ ਵੀ ਇਹਨਾਂ ਨੂੰ ਦਰਜੇ ਦੇ ਕੇ ਸਨਮਾਨਿਤ ਕਰ ਸਕਣ। ਤਾਂ ਹੀ ਆਰਟੀਕਲ 18 'ਚ ਇਹੀ ਲਿਖਿਆ ਵੀ ਕੋਈ ਵੀ ਟਾਈਟਲ ਆਪਾਂ ਸ਼ਰਧਾਂਜਲੀਆਂ ਦਿੰਦੇ ਆ, ਵਿਚਾਰਧਾਰਾ ਦੀ ਗੱਲ ਕਰਦੇ ਆ। ਮੇਰਾ ਸਿਰਫ ਲੰਕੇਸ਼ ਜੀ ਤੁਹਾਨੂੰ ਇਹ ਕਹਿਣ ਦਾ ਮਤਲਬ ਆ, ਅੱਜ ਮੁੱਦਿਆਂ ਨੂੰ ਭਟਕਾਇਆ ਜਾ ਰਿਹਾ ਮੇਨ ਫਰੇਮ 'ਚੋਂ। ਅੱਜ ਸ਼੍ਰੀਲੰਕਾ 'ਚ ਕੀ ਹੋਇਆ?
ਸ੍ਰੀਲੰਕਾ 'ਚ ਅੱਗ ਕਿਉਂ ਲੱਗੀ? ਸ੍ਰੀਲੰਕਾ 'ਚ ਲੋਕਾਂ ਨੇ ਆਪਣੀ ਚੁਣੀ ਹੋਈ ਸਰਕਾਰ ਦੇ ਘਰਾਂ ਵਿੱਚ ਵੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਕਿਉਂ ਵੜੇ? ਕਿਉਂਕਿ ਮੁੱਦਿਆਂ ਤੋਂ ਭਟਕਿਆ ਗਿਆ। ਅੱਜ ਸਾਡਾ ਇੱਥੇ ਬੈਠਣ ਦਾ ਕੋਈ ਕਿਸੇ ਦਾ ਵਿਰੋਧ ਕਰਨ ਦਾ ਨਹੀਂ ਆ, ਸਾਡਾ ਵੀ ਅਮਨ ਸ਼ਾਂਤੀ ਬਣੀ ਰਵੇ ਪੰਜਾਬ 'ਚ। ਸ਼ਾਂਤੀ ਹੈ। ਤੁਹਾਨੂੰ ਕਿਉਂ ਲੱਗਦਾ ਕਿ ਮੁੰਡੇ ਜਿਹੜੇ ਹੈਗੇ ਨੇ ਨੌਜਵਾਨ ਜਿਹੜੇ ਹੈਗੇ ਨੇ AK-47 ਚੁੱਕ ਲੈਣਗੇ? ਤੁਹਾਨੂੰ ਕਿਉਂ ਲੱਗਦਾ ਇਦਾਂ? ਸਿੱਧੂ ਮੂਸੇਵਾਲੇ ਨੂੰ ਕਿਹਨਾਂ ਨੇ ਮਾਰਿਆ? ਯਾਰ ਉਹ ਗੈਂਗਸਟਰ ਕਲਚਰ ਇਜ਼ ਟੋਟਲੀ ਡਿਫਰੈਂਟ, ਔਰ ਉਹ ਰੈਵੋਲੂਸ਼ਨਰੀ ਇੱਕ ਤਰੀਕੇ ਦੇ ਨਾਲ AK-47 ਚੱਕਣਾ, ਉਹਦੇ 'ਚ ਬਹੁਤ ਫਰਕ ਹੈ। ਮੇਰੀ ਗੱਲ ਸੁਣੋ, ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਮਨ 'ਚ ਗੈਂਗਸਟਰਾਂ ਵਾਲੇ ਰਾਹ ਤੇ ਚੱਲੇ। ਤੁਸੀਂ 78 ਦੀ ਗੱਲ ਕਰ ਲਓ, 77 ਦੀ ਗੱਲ ਕਰ ਲਓ। ਪੰਨੇ ਕਾਂਗਰਸ ਦੇ ਵੀ ਖੁੱਲਣਗੇ, ਛੱਡੋ ਉਹ ਕਿ ਪ੍ਰਤਾਪ ਬਾਜਵਾ ਕਹਿੰਦੇ ਕਿ ਤੁਸੀਂ ਉਹਦੀ ਗੱਲ ਕਰੋਗੇ ਤਾਂ ਮੈਂ ਲਾਰੈਂਸ ਬਿਸ਼ਨੋਈ ਦੀ ਵੀ ਗੱਲ ਕਰਾਂਗਾ। ਉਹ ਡਿਟੇਲਿੰਗ ਹੋਰ ਪਾਸੇ ਚਲੀ ਜਾਏਗੀ। ਮੈਂ ਉਹੀ ਪੁੱਛਣਾ ਚਾਹੁੰਦਾ, ਤੁਹਾਨੂੰ ਕਿਉਂ ਲੱਗਦਾ ਕਿ AK-47 ਕਿਉਂ ਚੱਕਣਗੇ ਮੁੰਡੇ? ਜਦੋਂ ਤੁਸੀਂ ਬਾਰ-ਬਾਰ ਇਹ ਦਰਸਾਓਗੇ ਤੁਹਾਡੇ ਨਾਲ ਧੱਕੇ ਹੋ ਰਹੇ ਆ, ਔਰ ਇਹ ਜਿਹੜਾ ਸਰਕਾਰਾਂ ਵਾ ਇਹਦਾ ਹੱਲ ਨਹੀਂ ਕੱਢ ਸਕਦੀਆਂ। ਇਹਦਾ ਹੱਲ ਅਸਲਾ ਚੱਕ ਕੇ ਹੀ ਹੋਣਾ ਵਾ। 77 ਦੇ ਵਿੱਚ ਜਦੋਂ ਹਥਿਆਰ ਚੱਕੇ ਗਏ ਸੀ, ਉਦੋਂ ਕਿਤੇ ਗੱਲਾਂ ਬਾਅਦ ਵਿੱਚ ਹਾਈਲਾਈਟ ਹੋਈਆਂ ਸੀ ਨਾ, ਬਾਅਦ ਵਿੱਚ ਅਟੈਕ ਹੋਏ ਸੀ, ਬਾਅਦ ਵਿੱਚ ਬੰਦੇ ਮਾਰਨੇ, ਲੇਕਿਨ ਸ਼ੁਰੂ ਕਿੱਥੋਂ ਹੋਈਆਂ ਸੀ? ਤੁਹਾਨੂੰ ਪਤਾ ਕਿ ਤੁਸੀਂ 77 ਦੀ ਹਿਸਟਰੀ ਕੱਢ ਲਓ। ਇੱਕ ਇਨਸੀਡੈਂਟ ਅੱਗ ਲਾ ਦਿੰਦਾ ਹੁੰਦਾ ਪੰਜਾਬ 'ਚ। ਇੱਕ ਛੋਟਾ ਚਿੰਗਾਰੀ ਨਾ ਕਦੋਂ ਬੰਬ ਬਣ ਜੇ ਇਹ ਪਤਾ ਨਹੀਂ ਚੱਲਣਾ। ਜਦੋਂ ਅਸੀਂ ਬੋਲਣਾ, ਅਸੀਂ ਅੱਜ ਡਰੋਨਸ ਕਿਉਂ ਆ ਰਹੀਆਂ? ਪਾਕਿਸਤਾਨ ਇੰਨਾ ਡਰੋਨਸ ਦੇ ਰਾਹੀਂ ਕਿਉਂ ਸੁੱਟ ਰਿਹਾ ਸਾਰਾ ਕੁਝ? ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇੱਥੇ ਬਰੀਡਿੰਗ ਗਰਾਊਂਡ ਆ, ਇੱਥੇ ਸੈਂਟੀਮੈਂਟ ਆ, ਇੱਥੇ ਮਾਹੌਲ ਆ ਜਿਹੜਾ ਖਰਾਬ ਕੀਤਾ ਜਾ ਸਕਦਾ। ਜ਼ਖਮਾਂ ਨੂੰ ਕੁਰਦੋਗੇ, ਔਰ ਜਦੋਂ ਤੁਸੀਂ ਇਸ ਸੈਂਟੀਮੈਂਟ ਨੂੰ ਭੜਕਾਓਗੇ ਤੇ ਫਿਰ ਉਹ ਸੈਂਟੀਮੈਂਟ ਅੱਗ ਕਿੱਧਰ ਨੂੰ ਲੱਗੂਗੀ? ਆਪਣੇ ਘਰਾਂ ਵੱਲ ਨੂੰ ਹੀ ਆਊਗੀ। ਸਿਮਰਨਜੀਤ ਸਿੰਘ ਮਾਨ ਦੀ 1999 ਦੀ ਪਾਰਲੀਮੈਂਟ ਦੀ ਸਪੀਚ ਜਦੋਂ ਤੁਸੀਂ ਸੁਣਦੇ ਹੋ, ਉਹ ਸਾਫ਼ ਕਹਿੰਦੇ ਕਿ ਮੈਂ ਕਨਸਟੀਟਿਊਸ਼ਨਲਿਸਟ ਹਾਂ, ਸੰਵਿਧਾਨਵਾਦੀ ਹਾਂ। ਸਿੱਖ ਜਿਹੜੇ ਹੈਗੇ ਨੇ ਪੰਜਾਬ ਦੇ ਉਹ ਅਮਨ ਪਸੰਦ ਨੇ। ਉਹ ਤਾਂ ਵਾਰ-ਵਾਰ ਇਹੀ ਗੱਲ ਕਹਿੰਦੇ ਮੈਂ ਸੰਵਿਧਾਨਵਾਦੀ ਹਾਂ, ਕਨਸਟੀਟਿਊਸ਼ਨਲਿਸਟ ਹਾਂ, ਮੈਨੂੰ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਕਰਕੇ ਕੋਈ ਮੈਨੂੰ ਫਾਇਦਾ ਨਹੀਂ ਹੋਣ ਵਾਲਾ। ਉਹਨਾਂ ਦੀ 1999 ਦੀ ਪਾਰਲੀਮੈਂਟ ਦੇ ਵਿੱਚ ਸਪੀਚ ਹੈ। ਤੁਸੀਂ ਉਹਨਾਂ ਨੂੰ ਉਸ ਵੇਲੇ ਮਿਸਿਸ ਸੋਨੀਆ ਗਾਂਧੀ ਵੀ ਉੱਥੇ ਉਹਨਾਂ ਨੂੰ ਪੁੱਛੋ ਕਨਸਟੀਟਿਊਸ਼ਨ ਨੂੰ ਮੰਨਦੇ ਆ? ਉਹਨਾਂ ਤੋਂ ਪੁੱਛ ਲਓ ਤੁਸੀਂ ਕੀ ਉਹ ਕਨਸਟੀਟਿਊਸ਼ਨ ਨੂੰ ਮੰਨਦੇ ਆ? ਉਹ ਨਾਲ ਦੀ ਨਾਲ ਇਹ ਵੀ ਕਹਿੰਦੇ ਹੈਗੇ ਕਿ ਜਿਵੇਂ ਕਾਂਗਰਸ ਕਹਿੰਦੀ ਕਿ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਆ, ਕਹਿੰਦੇ ਕਿ ਮੇਰੇ ਫਾਦਰ ਆਫ ਨੇਸ਼ਨ ਜਿਹੜੇ ਹੈਗੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਆ। ਮੇਰੇ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਮੇਰੇ ਵੀ ਪਿਤਾ ਵਾ। ਮੈਂ ਤਾਂ ਆਪ ਕਹਿੰਦਾ ਇਹ ਕੋਈ ਥੋਪਣ ਵਾਲੀ ਗੱਲ ਥੋੜਾ ਵਾ। ਇਸ ਆਜ਼ਾਦ ਦੇਸ਼ ਦੀ ਖੂਬਸੂਰਤੀ ਇਹ ਆ, ਇੱਥੇ ਕੋਈ ਗੱਲਾਂ ਥੋਪੀਆਂ ਨਹੀਂ ਜਾਂਦੀਆਂ। ਇੱਥੇ ਵੱਖ-ਵੱਖ ਵਿਚਾਰਧਾਰਾਵਾਂ, ਵੱਖ-ਵੱਖ ਧਰਮ, ਵੱਖ-ਵੱਖ ਸਮੁਦਾਇ, ਹਰ ਬੰਦੇ ਕੋਲ ਆਜ਼ਾਦੀ ਆ ਆਪਣੀ ਗੱਲ ਰੱਖਣ ਦੀ, ਆਪਣੀ ਗੱਲ ਕਰਨ ਦੀ। ਇੱਕ ਭਾਸ਼ਾ ਦੀ ਗੱਲ ਨਹੀਂ ਕਰਨ ਦੇ ਅਸੀਂ ਕਾਂਗਰਸ ਪਾਰਟੀ ਜਿਹੜੇ ਮਹਾਤਮਾ ਗਾਂਧੀ ਨੂੰ ਸਨਮਾਨ ਕਰਦੇ ਆ, ਜਿਹੜੇ ਮਹਾਤਮਾ ਗਾਂਧੀ ਨੂੰ ਕਰਦੇ ਆ ਉਹਨਾਂ ਦਾ ਵੀ ਸਨਮਾਨ ਆ, ਔਰ ਜਿਹੜੇ ਕਿਸੇ ਹੋਰ ਬੰਦੇ ਦਾ ਸਨਮਾਨ ਕਰਦੇ ਆ ਉਹਨਾਂ ਦਾ ਵੀ ਸਨਮਾਨ ਆ। ਇਹੀ ਤਾਂ ਇਸ ਦੇਸ਼ ਦੀ ਖੂਬਸੂਰਤੀ ਔਰ ਅਖੰਡਤਾ ਵਾ, ਨਾ ਕਿ ਇਹ ਖੂਬਸੂਰਤੀ ਆ ਵੀ ਜਿਹੜਾ ਨਹੀਂ ਮੰਨਦਾ ਉਹ ਪਾਕਿਸਤਾਨ ਚਲ ਜਾਓ, ਜਿਹੜਾ ਨਹੀਂ ਮੰਨਦਾ ਉਹ ਬਾਹਰ ਚਲ ਜਾਓ, ਜਿਹੜਾ ਨਹੀਂ ਮੰਨਦਾ ਉਹਨੂੰ ਵੱਢ ਦਿਓ, ਉਹਨੂੰ ਕੱਟ ਦਿਓ, ਉਹਨੂੰ ਮਾਰ ਦਿਓ। ਇਹ ਇਸ ਦੇਸ਼ ਦੀ ਖੂਬਸੂਰਤੀ ਨਹੀਂ ਆ। ਚਾਈਨਾ ਨਹੀਂ ਹੈ ਇਹ ਦੇਸ਼। ਚਾਈਨਾ ਵਿੱਚ ਜਾ ਕੇ ਬੋਲ ਕੇ ਵਿਖਾਓ, ਜਰਮਨੀ 'ਚ ਜਾ ਕੇ ਹਿਟਲਰ ਦੇ ਹੱਕ ਵਿੱਚ ਬੋਲ ਕੇ ਵਿਖਾਓ, ਰਸ਼ੀਆ ਦੇ ਵਿੱਚ ਜਾ ਕੇ ਤੁਸੀਂ ਬੋਲ ਕੇ ਵਿਖਾਓ। ਇਸ ਦੇਸ਼ ਦੀ ਖੂਬਸੂਰਤੀ ਇਹ ਆ। ਔਰ ਮੈਂ ਤੁਹਾਨੂੰ ਇਹ ਕਹਿੰਦਾ ਕਾਂਗਰਸ ਦੀ ਇਹਦੇ ਵਿੱਚ ਬਹੁਤ ਵੱਡੀ ਦੇਣ ਆ। ਕੀ ਦੇਣ ਹੈ? ਕਾਂਗਰਸ ਦੀ ਆਜ਼ਾਦੀ ਕਿਹਨੇ ਦਵਾਈ ਆ? ਕਾਂਗਰਸ ਪਾਰਟੀ ਨੇ ਨਹੀਂ ਦਵਾਈ। ਇਸ ਦੇਸ਼ ਨੂੰ ਖੜਾ ਕਿਹਨੇ ਕੀਤਾ? ਇਹ ਤਾਂ ਦਿੱਕਤ ਹੈ। ਜਦੋਂ ਆਜ਼ਾਦੀ ਦੀ ਗੱਲ ਚੱਲਦੀ ਫਿਰ ਕਾਂਗਰਸ ਪਾਰਟੀ ਕਿਉਂ ਜਾਂਦਾ? ਉਹਦੇ 'ਚ ਹਰੇਕ ਬੰਦੇ ਦਾ ਹਰ ਵਰਗ ਤੋਂ ਯੋਗਦਾਨ ਸੀਗਾ ਕਿ ਨਹੀਂ ਸੀਗਾ? ਮੈਂ ਕਹਿੰਦਾ ਕਾਂਗਰਸ ਪਾਰਟੀ ਦਾ ਯੋਗਦਾਨ ਸੀ ਕਿ ਨਹੀਂ ਸੀ ਨਾ। ਇਹ ਕਹੋ ਕਾਂਗਰਸ ਦਾ ਯੋਗਦਾਨ ਸੀ। ਤਾਂ ਉਹੀ ਕਿਹਾ ਵੀ ਕਾਂਗਰਸ ਪਾਰਟੀ ਨੇ ਨਹੀਂ। ਤੁਸੀਂ ਇਹ ਕਹੋਗੇ ਕਾਂਗਰਸ ਨੇ ਆਜ਼ਾਦੀ ਦਵਾਈ, ਉਦੋਂ ਥੋੜੀ ਦਿੱਕਤ ਹੋ ਜਾਂਦੀ ਹੈ। ਤੁਸੀਂ ਉਹਨੂੰ ਸ਼ਬਦਾਂ ਦਾ ਹੇਰ-ਫੇਰ ਕਹਿ ਲਓ। ਅਸੀਂ ਇਸ ਚੀਜ਼ ਤੇ ਮਾਣ ਕਰਦੇ ਹਾਂ ਵੀ ਕਾਂਗਰਸ ਪਾਰਟੀ ਦਾ ਇੱਕ ਸੋਚ ਸੀ, ਇੱਕ ਵਿਚਾਰਧਾਰਾ ਸੀ। ਅਸੀਂ ਵੀ ਸਾਡੀ ਪਾਰਟੀ ਵੀ। ਜਦੋਂ ਤੁਸੀਂ ਕਾਂਗਰਸ ਪਾਰਟੀ ਕਹਿੰਦੇ ਹੋ ਨਾ ਆਜ਼ਾਦੀ ਦਵਾਈ, ਤਾਂ ਉਹਦੇ 'ਚੋਂ ਭਗਤ ਸਿੰਘ ਐਕਸਕਲੂਡ ਹੋ ਜਾਂਦੇ ਕਿਉਂਕਿ ਉਹ ਪਾਰਟੀ ਦਾ ਹਿੱਸਾ ਨਹੀਂ ਸੀ। ਇਹ ਦੇਖੋ ਤੁਸੀਂ ਇਹ ਮੀਡੀਆ ਦੀ ਨਰੇਸ਼ਨ ਆ। ਅਸੀਂ ਅੱਜ ਭਗਤ ਸਿੰਘ, ਅਸੀਂ ਅੱਜ ਦੇ ਭਗਤ ਸਿੰਘ ਵਾਸਤੇ ਨਹੀਂ ਬਹਿੰਦੇ। 15 ਦੇ ਵਿੱਚ ਉਹਨਾਂ ਦੇ ਸਮਾਰਕ ਤੋਂ ਖਟਕਰ ਕਲਾ ਤੋਂ 에ਅਰਪੋਰਟ ਤੱਕ ਅਸੀਂ ਪੈਦਲ ਯਾਤਰਾ ਵੀ ਉਹਨਾਂ ਦੀ ਕੀਤੀ। ਜਿਸ ਦਿਨ ਜਾ ਕੇ ਟਰੈਕਟਰ ਫੂਕਿਆ ਸੀ 28 ਸਤੰਬਰ ਸੀ। ਭਗਤ ਸਿੰਘ ਦੀ ਫੋਟੋ ਲੈ ਕੇ ਟਰੈਕਟਰ ਨੂੰ ਅੱਗ ਲਾਈ ਸੀ ਵੀ ਨਹੀਂ ਆਵਾਜ਼ ਪਹੁੰਚਾਉਣ ਤੱਕ। ਇਹ ਇਕੱਲੀ ਇੱਕ ਦਿਨ ਦੀ ਗੱਲ ਨਹੀਂ ਆ। ਇਹ ਵਿਚਾਰਧਾਰਾ ਦੀ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ, ਲੰਬੀ ਲੜਾਈ ਆ। ਇਹ ਇੱਕ ਦਿਨ ਤੇ ਧਰਨੇ ਦੀ ਲੜਾਈ ਨਹੀਂ ਆ। ਇਹ ਇੱਕ ਦਿਨ ਦੇ ਮਸਲੇ ਦੀ ਲੜਾਈ ਨਹੀਂ ਆ। ਇਹ ਵਿਚਾਰਧਾਰਾ ਦੀ ਲੜਾਈ ਆ। ਵਿਚਾਰਧਾਰਾਵਾਂ ਕੋਈ ਰਾਤੋਂ ਰਾਤ ਨਹੀਂ ਬਣਦੀਆਂ। ਕਾਂਗਰਸ ਵੀ ਆਪਣੀ ਵਿਚਾਰਧਾਰਾ ਤੋਂ ਭਟਕੀ ਸੀ।
ਉਹਦੇ ਨਤੀਜੇ ਅਸੀਂ ਭੁਗਤੇ ਆ। ਮੈਂ ਸਿਰਫ ਤੁਹਾਨੂੰ ਇੰਨਾ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਲੜਾਈ ਕੋਈ ਇੱਕ ਪਾਰਟੀ ਦੀ ਨਹੀਂ ਆ। ਅਸੀਂ ਆ ਕੀ ਲਿਖਿਆ, ਸਾਂਝੇ, ਇਹ ਸ਼ਹੀਦ ਸਾਂਝੇ ਸੀ, ਇਹ ਕਿਸੇ ਪਾਰਟੀ ਦੇ ਨਹੀਂ ਸੀ। ਅੱਜ ਆਮ ਆਦਮੀ ਪਾਰਟੀ ਭਗਤ ਸਿੰਘ ਲੈ ਗਈ, ਉਹ ਕਹਿੰਦੀ ਵੀ ਭਗਤ ਸਿੰਘ ਸਾਡਾ ਹੋ ਗਿਆ। ਮਾਇਆਵਤੀ ਜੀ ਅੰਬੇਦਕਰ ਲੈ ਗਏ, ਉਹ ਕਹਿੰਦੇ ਸਾਡਾ ਹੋ ਗਿਆ। ਕਾਂਗਰਸ ਪਾਰਟੀ ਦੇ ਵਿੱਚ ਸ਼ਾਇਦ ਉਦੋਂ ਕਾਂਗਰਸ ਪਾਰਟੀ ਦੀ ਵੀ ਕਿਤੇ ਨਾ ਕਿਤੇ ਕਮੀ ਰਹੀ ਹੋਊਗੀ, ਉਹਨਾਂ ਨੇ ਵੀ ਸ਼ਾਇਦ ਉਦੋਂ ਉਹ ਚੀਜ਼ਾਂ ਨੂੰ ਸੈਲੀਬ੍ਰੇਟ ਕੀਤਾ। ਅੱਜ ਦੁਬਾਰਾ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕੀਤਾ। ਮੈਂ ਇਹ ਕਹਿੰਦਾ ਕਾਂਗਰਸ ਪਾਰਟੀ ਨੇ ਵੀ ਕਈ ਸ਼ਹੀਦਾਂ ਨੂੰ ਇਗਨੋਰ ਕੀਤਾ। ਇਹਦੇ ਵਿੱਚ ਕਹਿਣ 'ਚ ਕੋਈ ਗੁਰੇਜ ਨਹੀਂ, ਜਦੋਂ ਕੀਤਾ ਤੇ ਕੀਤਾ ਵਾ। ਕਈ ਸ਼ਹੀਦਾਂ 'ਚ ਨਾਮ ਕਿੰਨਾ ਦਾ ਮੈਂ ਕਾਨੂੰ ਇਸ ਗੱਲ ਦੇ ਵਿੱਚ ਬਹੁਤ ਲੰਬੀ ਲਿਸਟ ਆ, ਠੀਕ ਹੈ। ਲੇਕਿਨ ਅਗਰ ਤੁਸੀਂ ਇਹ ਕਹੋ ਉਹ ਉਸ ਚੀਜ਼ ਨੂੰ ਤੁਸੀਂ ਕਾਂਗਰਸ ਪਾਰਟੀ ਤੇ ਥੋਪੋ ਨਾ। ਮੈਂ ਇਸ ਕਰਕੇ ਗੱਲ ਕਹਿੰਦਾ ਵੀ ਅਸੀਂ ਅੱਜ ਜਿਹੜਾ ਪੰਜਾਬ ਦਾ ਦੌਰ ਆ, ਅੱਜ ਜਿਹੜਾ ਦੇਸ਼ ਦਾ ਦੌਰ ਆ, ਅੱਜ ਲੋੜ ਕਿਹਦੀ ਆ? ਅੱਜ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਕਿਸੇ ਨੂੰ ਡਿਫੇਮ ਕਰੀ ਜਾਂਦੇ ਹੋ। ਅੱਜ ਦੇਸ਼ ਦੇ ਵਿੱਚ ਅੱਗ ਲਾਉਣ ਦਾ ਮਾਹੌਲ ਹੈ ਕਿ ਨਹੀਂ ਹੈ? ਮੌਬ ਲਿੰਚਿੰਗਸ ਹੁੰਦੀਆਂ, ਇੱਕ ਸਮੁਦਾਇ ਦੇ ਖਿਲਾਫ ਕਾਰਵਾਈਆਂ ਹੁੰਦੀਆਂ, ਬੁਲਡੋਜ਼ਰ ਚਲਾਏ ਜਾਂਦੇ ਆ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਤੁਹਾਨੂੰ ਕਈ ਪੱਤਰਕਾਰ ਇਹ ਸਵਾਲ ਪੁੱਛ ਰਹੇ ਸੀਗੇ ਕਿ ਮੌਜੂਦਾ ਸਰਕਾਰ ਸਿਮਰਨਜੀਤ ਸਿੰਘ ਮਾਨ ਤੇ ਕੋਈ ਐਕਸ਼ਨ ਲਏਗੀ ਨਹੀਂ ਲਏਗੀ, ਤੁਸੀਂ ਕਿਹਾ ਨਹੀਂ ਲਏਗੀ। ਇੱਕ ਐਂਕਰ ਦੇ ਉੱਤੇ ਪਰਚੇ ਦਰਜ ਹੋ ਜਾਂਦੇ ਆ ਜੇ ਉਹ ਰਾਹੁਲ ਗਾਂਧੀ ਨੂੰ ਟਾਰਗੇਟ ਕਰਦਾ। ਕਾਂਗਰਸ ਵੀ ਤਾਂ ਕਰ ਸਕਦੀ ਜੇ ਕੁਝ ਕਰਨਾ ਚਾਹਵੇ ਤਾਂ। ਦੇਖੋ ਤੁਸੀਂ ਨਾ ਗੱਲ ਨੂੰ ਨਾ, ਮੈਂ ਉਹੀ ਗੱਲ ਕਹਿ ਦਿੰਦਾ ਵੀ ਆਪਾਂ ਨਾ ਇੱਕ ਇਨਸੀਡੈਂਟ ਨੂੰ ਬਿਨਾਂ ਡੂੰਘਾਈ 'ਚ ਜਾਏ ਸਿਰਫ ਔਨ ਫਰੰਟ ਤੇ ਲੈ ਲਈਦਾ। ਅਸੀਂ ਹੁਣੇ ਜ਼ੁਬੇਰ ਖਾਨ ਤੇ ਪਰਚਾ ਦਰਜ ਹੋਇਆ, ਕਿੰਨੇ ਉਹਦਾ ਦੇ ਨਾਲ ਖੜੇ। ਜ਼ੁਬੇਰ ਸਾਡਾ ਵੀ ਕ੍ਰਿਟਿਕ ਸੀ, ਜ਼ੁਬੇਰ ਨੇ ਕੋਈ ਇਹ ਨਹੀਂ ਸੀ। ਅਸੀਂ ਆਜ਼ਾਦ ਮੁਲਕ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਕਾਂਗਰਸ ਪਾਰਟੀ ਕੋਈ ਇਸ ਦੇਸ਼ ਤੋਂ ਵੱਖਰੀ ਨਹੀਂ ਆ। ਅਗਰ ਕਿਤੇ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਰਾਜਸਥਾਨ ਦੇ ਪਰਚੇ ਦੀ ਗੱਲ ਕਰਦੇ ਹੋ ਨਾ ਤੁਸੀਂ, ਉਹ ਬੰਦੇ ਨੇ ਕੀ ਕੀਤਾ ਸੀ? ਉਹ ਇੱਕੋ ਹੀ ਗੱਲ, ਪੱਤਰਕਾਰ ਤੁਹਾਡੇ ਪੱਤਰਕਾਰ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਕਈ ਚੰਗੇ ਪੱਤਰਕਾਰ ਆ, ਕਈ ਮਾੜੇ ਪੱਤਰਕਾਰ। ਉਹ ਡਿਸਾਈਡ ਅਸੀਂ ਨਹੀਂ ਕਰਨਾ, ਉਹ ਡਿਸਾਈਡ ਕਾਨੂੰਨ ਨੇ ਕਰਨਾ। ਲੇਕਿਨ ਪਰਚਾ ਦਰਜ ਹੋਣਾ ਇੱਕ ਝੂਠੀ ਖਬਰ ਤੇ, ਝੂਠੀ ਬਿਆਨਬਾਜ਼ੀ ਤੇ, ਔਰ ਇੱਕ ਜ਼ੁਬੇਰ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਪੁਰਾਣਾ ਇਤਿਹਾਸ ਚੱਕ ਕੇ, ਕੋਈ ਇੱਕ ਟਵੀਟ ਚੱਕ ਕੇ ਜਿਹੜਾ ਇੱਕ ਫਿਲਮ ਤੋਂ ਦਿਖਾਇਆ ਹੋਇਆ ਇੱਕ ਉਹ ਸੀਗਾ। ਫਰਕ ਆ ਦੋ ਚੀਜ਼ਾਂ 'ਚ। ਇਹ ਕਲੈਰੀਫਿਕੇਸ਼ਨ ਤਾਂ ਤੁਸੀਂ ਕਰਨੀਆਂ ਵਾ। ਲੇਕਿਨ ਤੁਸੀਂ ਵੀ, ਕਿਉਂਕਿ ਮੈਨੂੰ ਕਹਿਣ 'ਚ ਕੋਈ ਗੁਰੇਜ ਨਹੀਂ ਆ, ਤੁਸੀਂ ਲੋਕ ਵੀ ਨਾ ਜਿੱਥੇ ਕਿਤੇ ਨਿਊਟਰਲ ਜਿਹਾ ਸਟੈਂਡ ਰੱਖਦੇ ਹੋ, ਜਿੱਥੇ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦਾ ਸਮਾਂ ਵਾ ਅੱਜ। ਸ਼ਾਇਦ ਅਸੀਂ ਤਾਂ ਪੋਲੀਟੀਕਲ ਪਾਰਟੀ, ਮੈਂ ਤਾਂ ਦਮ ਰੱਖਦਾ ਚ ਕਹਿਣ ਦਾ ਵੀ ਕਾਂਗਰਸ ਪਾਰਟੀ ਤੋਂ ਗਲਤੀ ਹੋਈ, ਲੇਕਿਨ ਤੁਸੀਂ ਕੀ ਕਹਿ ਸਕਦੇ ਹੋ ਵੀ ਆਮ ਮੀਡੀਆ ਤੋਂ ਵੀ ਗਲਤੀਆਂ ਹੋਈਆਂ? ਬਿਲਕੁਲ ਕਰਨਾ ਮੈਂ। ਗੋਦੀ ਮੀਡੀਆ ਵੀ ਹੈਗੀ ਆ, ਉਹ ਮੀਡੀਆ ਵੀ ਹੈਗੀ ਜਿਹੜੀ ਗੱਲ ਕਰਦੀ ਵੀ ਲੋਕਾਂ ਦੀ। ਤੇ ਫਿਰ ਇੱਕ ਗੱਲ ਹੋਰ ਦੱਸੋ, ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਮੀਡੀਆ ਤੇ ਪ੍ਰੈਸ਼ਰ ਆ, ਤੁਸੀਂ ਕਿੱਥੇ ਥਰਮਾਮੀਟਰ 'ਚ ਚੈੱਕ ਕੀਤਾ? ਦੱਸੋ। ਮੈਂ ਤੁਹਾਨੂੰ ਹੁਣੇ ਇੰਟਰਵਿਊ ਦਿਖਾਣਾ ਇੱਕ, ਮੈਂ ਮੇਰੇ ਕੋਲ ਦੱਸੋ ਥਰਮਾਮੀਟਰ ਕਿਹੜਾ ਤੁਸੀਂ ਲੈ ਕੇ ਘੁੰਮਦੇ ਪਏ ਹੋ ਜਿਹਦੇ 'ਚ? ਮੈਂ ਤੁਹਾਨੂੰ ਇੰਟਰਵਿਊ ਦਿਖਾਣਾ। ਮੈਂ ਰਾਘਵ ਚੱਡੇ ਦੇ ਖਿਲਾਫ ਬੋਲਿਆ। ਰਾਘਵ ਚੱਡੇ ਨੂੰ ਅਸੀਂ ਕਿਹਾ ਵੀ ਚਲਾਕ ਲੋਮੜੀ ਆ ਤੇ ਇਹ 92 ਭੇਡਾਂ ਵਾ। ਉਹ ਇੰਟਰਵਿਊ ਇੱਕ ਤੁਹਾਡੇ ਮੀਡੀਆ ਦੇ ਚੈਨਲ ਨੂੰ ਦਿੱਤੀ, ਮੈਨੂੰ ਲਿੰਕ ਮੇਰੇ ਕੋਲ ਪਿਆ, ਉਹ ਇੰਟਰਵਿਊ ਡਿਲੀਟ ਕਰ ਦਿੱਤੀ ਗਈ। ਹੁਣ ਮੈਂ ਤੁਹਾਨੂੰ ਵੀ ਕਹਿੰਦਾ, ਜਦੋਂ ਅਸੀਂ ਰਾਘਵ ਚੱਡੇ ਬਾਰੇ ਬੋਲਾਂਗੇ, ਕੇਜਰੀਵਾਲ ਬਾਰੇ ਬੋਲਾਂਗੇ, ਭਗਵੰਤ ਮਾਨ ਬਾਰੇ, ਤੁਹਾਡੇ ਦਫ਼ਤਰਾਂ 'ਚ ਵੀ ਫੋਨ ਆਉਣਗੇ। ਮੈਂ ਇਹ ਨਹੀਂ ਕਹਿੰਦਾ ਤੁਹਾਡੇ ਪੱਤਰਕਾਰਾਂ ਦੇ ਉੱਤੇ, ਲੇਕਿਨ ਐਡੀਟਰਾਂ ਦੇ ਉੱਤੇ ਪ੍ਰੈਸ਼ਰ ਆ, ਕਿਉਂ ਨਾ ਹੋਵੇ। ਹੁਣ ਉਹ ਕਹਿੰਦੇ ਵੀ ਉਹਦਾ ਸਿੱਧਾ ਹਿਸਾਬ ਆ ਉਹਨਾਂ ਦਾ, ਸਰਕਾਰ ਰੈਵਨਿਊ ਤਾਂ ਦੇਊਗੀ ਜੇ ਸਾਡੇ ਪੱਖ ਦੀਆਂ ਖਬਰਾਂ ਚਲਾਓਗੇ। ਹੁਣ ਮੈਨੂੰ ਨਹੀਂ ਪਤਾ ਤੁਸੀਂ ਇਹ ਚਲਾਓਗੇ ਕਿ ਨਹੀਂ ਚਲਾਓਗੇ। ਅਗਰ ਚਲਾਓਗੇ ਤਾਂ ਮੈਂ ਮੰਨੂਗਾ ਵੀ ਤੁਹਾਡੇ ਤੇ ਪ੍ਰੈਸ਼ਰ ਨਹੀਂ ਆ, ਔਰ ਅਗਰ ਨਹੀਂ ਚਲਾਓਗੇ ਤਾਂ ਅਸੀਂ ਮੰਨਾਂਗੇ ਪ੍ਰੈਸ਼ਰ। ਚਲੋ ਇਹ ਤਾਂ ਤੁਹਾਡਾ ਇੱਕ ਪੋਲੀਟੀਕਲੀ ਜਿਹੜਾ ਤੁਸੀਂ ਇੱਕ ਸੁੱਟਦੇ ਹੋ ਨਾ ਉਹ ਚੀਜ਼, ਉਹਦੇ 'ਚ ਪੱਤਰਕਾਰ ਨਹੀਂ ਫਸਦੇ ਹੁੰਦੇ। ਆਪਾਂ ਬੈਕ ਟੂ ਉਹਦੇ ਤੇ ਮੁੱਦੇ ਤੇ ਆਨੇ, ਇਹ ਤੇ ਕਿਸੇ ਦੇ ਹੋਰ ਕਰ ਲਾਂਗਾ, ਸਪੈਸੀਫਿਕਲੀ ਕਰਾਂਗਾ। ਬਟ ਸੰਤਾਂ ਦੀ ਜਦੋਂ ਤੁਸੀਂ ਸਪੀਚ ਸੁਣਦੇ ਹੋ, ਸੰਤਾਂ ਨੇ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਵੀ ਹੀਰੋ ਦੱਸਿਆ, ਊਧਮ ਸਿੰਘ ਨੂੰ ਵੀ ਹੀਰੋ ਦੱਸਿਆ। ਉਹਨਾਂ ਨੇ ਕਿਹਾ ਕਿ ਹਾਂ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹਨਾਂ ਦੀ ਕੁਰਬਾਨੀ ਸੀਗੀ। ਉਹਨੂੰ ਕਿਸ ਤਰੀਕੇ ਨਾਲ ਫਿਰ ਤੁਸੀਂ ਦੇਖਦੇ ਹੋ? ਨਹੀਂ, ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿੰਦਾ, ਅੱਜ ਨਾ ਪ੍ਰੋਬਲਮ ਪਤਾ ਕਿੱਥੇ ਆ ਗਈ ਆ। ਬੜੇ ਲੋਕ ਲੈਗਸੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਆ। ਬੜੇ ਲੋਕ ਜਿਨ੍ਹਾਂ ਦੀ ਕੁਰਬਾਨੀਆਂ ਹੋਈਆਂ ਨਾ, ਉਹਨਾਂ ਦੇ ਉੱਤਰਾਧਿਕਾਰੀ ਬਣਨਾ ਚਾਹੁੰਦੇ ਆ। ਔਰ ਉੱਤਰਾਧਿਕਾਰੀ ਇਹ ਸੋਚਦੇ ਆ ਵੀ ਅਸੀਂ ਜੋ ਗੱਲਾਂ ਉਹਨਾਂ ਨੇ ਕਹੀਆਂ ਉਹੀ ਗੱਲਾਂ ਕਹਿ ਕੇ ਉਹਨਾਂ ਦੇ ਉੱਤਰਾਧਿਕਾਰੀ ਬਣ ਜਾਾਂਗੇ। ਜਿਹੜੇ ਇਹ ਬੰਦਿਆਂ ਦੀਆਂ, ਭਾਵੇਂ ਕੋਈ ਵੀ ਵਿਚਾਰਧਾਰਾ ਦਾ ਲੋਕ ਹੋਵੇ, ਇਹ ਬੰਦਿਆਂ ਨੂੰ ਛੇੜਨਾ ਨਹੀਂ ਚਾਹੀਦਾ। ਇਹ ਬੰਦਿਆਂ ਦੀ ਹਿਸਟਰੀ ਵਿੱਚ ਦਰਜ ਆ, ਇਹਨੂੰ ਛੇੜਛਾੜ ਨਾ ਕਰੀਏ ਆਪਾਂ।
ਜਦੋਂ ਆਪਾਂ ਇਸ ਹਿਸਟਰੀ ਦੇ ਵਿੱਚ ਛੇੜਛਾੜ ਕਰਾਂਗੇ ਉਹਦੇ ਨਤੀਜੇ ਆਪਣੇ ਸਾਰਿਆਂ ਦੇ। ਇੱਕ ਸਰਕਾਰ ਆਂਦੀ ਆ, ਉਹ ਆ ਕੇ ਉਹ ਜਿਹੜੀ ਆਪਾਂ ਇੱਕ ਬੜੀ ਕਹਾਵਤ ਵੀ ਆ, ਕਿਤਾਬ ਵੀ ਆ, ਵਨ ਮੈਨਸ ਟੈਰਰਿਸਟ ਇਜ਼ ਅਨਦਰ ਮੈਨਸ ਫਰੀडम ਫਾਈਟਰ। ਇਹ ਇਸ ਚੀਜ਼ ਨੂੰ ਆਪਾਂ ਕਾਹਨੂੰ ਛੇੜਛਾੜ ਕਰਦੇ ਆ ਜਦ ਕਿ ਇਹਦੀ ਲੋੜ ਨਹੀਂ ਆ। ਅੱਜ ਲੋੜ ਆ ਬੇਰੁਜ਼ਗਾਰੀ ਦੇ ਉੱਤੇ। ਬੋਲੋ, ਦੱਸੋ ਰੁਜ਼ਗਾਰ ਕਿਵੇਂ ਮਿਲੂਗਾ ਨੌਜਵਾਨਾਂ ਨੂੰ? ਦੱਸੋ। ਰਾਹੁਲ ਗਾਂਧੀ ਉਹਨਾਂ ਨੇ ਤਾਂ ਜੀਐਸਟੀ ਤੇ ਕਰਤਾ ਟਵੀਟ, ਤੁਸੀਂ ਕੀਤਾ ਟਵੀਟ? ਅਸੀਂ ਟਵੀਟ ਕਰਾਂਗੇ, ਅਸੀਂ ਧਰਨਾ ਕਰਾਂਗੇ, ਅਸੀਂ ਪ੍ਰਦਰਸ਼ਨ ਕਰਾਂਗੇ। ਜਦੋਂ ਰਾਹੁਲ ਗਾਂਧੀ ਨੇ ਕਰਤਾ ਤੇ ਅਸੀਂ ਉਹੀ ਕਰਤਾ। ਤੁਸੀਂ ਹਰ ਚੀਜ਼ ਨੂੰ ਨਾ ਸਾਨੂੰ ਮੈਂ ਤਾਂ ਚਾਹਨਾ ਤੁਸੀਂ ਨੌਜਵਾਨ ਹੋ, ਯੂਥ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਮੈਂ ਚਾਹਨਾ ਤੁਸੀਂ ਹਰ ਮੁੱਦੇ ਤੇ ਕਰੋ। ਟਵੀਟ ਤਾਂ ਇੱਕ ਜ਼ਰੀਆ ਹੈਗਾ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ। ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ ਕਰਤਾ, ਮੈਂ ਕਰਤਾ। ਅਸੀਂ ਵੀ ਕਰਤਾ, ਸਾਡਾ ਪ੍ਰੋਗਰਾਮ ਵੀ ਹੈਗਾ ਵਾ, ਅਸੀਂ ਸਾਰਾ ਕੁਝ ਕਰਤਾ। ਲੇਕਿਨ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਨੂੰ, ਇਹ ਸਾਰੀ ਜ਼ਿੰਮੇਵਾਰੀ ਅੱਜ ਭਗਤ ਸਿੰਘ ਦੀ, ਕਾਂਗਰਸ ਪਾਰਟੀ ਤੋਂ। ਤਾਂ ਭਗਤ ਸਿੰਘ ਨੂੰ ਬੜੀ ਦੇਰ ਤੁਸੀਂ ਪਹਿਲਾਂ ਹੀ ਖੋ ਕੇ ਲੈ ਗਏ ਸੀ। ਕੌਣ ਲੈ ਗਿਆ? ਤੁਸੀਂ ਸਾਰੇ ਹੀ ਕਹਿੰਦੇ ਸੀ ਤੁਸੀਂ ਸਾਨੂੰ ਭਗਤ ਸਿੰਘ ਦੇ ਨਾਲ ਐਸੋਸੀਏਟ ਹੀ ਨਹੀਂ ਕਰਦੇ ਸੀ। ਅੱਜ ਨਹੀਂ, ਆਮ ਆਦਮੀ ਪਾਰਟੀ, ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ਦੇ ਵਿੱਚ ਦੱਸਤਾ ਐਕਟ ਆਫ ਟੈਰਰਿਜ਼ਮ, ਤੁਸੀਂ ਕਹਿੰਦੇ ਹੋ ਇਹੀ ਨਹੀਂ ਕਰਦੇ ਪਏ। ਤੁਹਾਨੂੰ ਕਹਿਣਾ ਪਿਆ ਵੀ ਆਮ ਆਦਮੀ ਪਾਰਟੀ ਭਗਤ ਸਿੰਘ ਦੀ ਫੋਟੋ ਲਾਉਂਦੀ, ਆਮ ਆਦਮੀ ਪਾਰਟੀ ਮਹਾਤਮਾ ਗਾਂਧੀ ਦੀ ਫੋਟੋ ਕਿਉਂ ਨਹੀਂ ਲਾਉਂਦੀ? ਮੇਰਾ ਕਹਿਣ ਦਾ ਮਤਲਬ ਆ, ਉਹੀ ਚਰਖੇ ਵਾਲੀ ਫੋਟੋ ਲਾ ਕੇ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ। ਉਦੋਂ ਇਹਨਾਂ ਨੂੰ ਗਾਂਧੀ ਬਹੁਤ ਪਿਆਰਾ ਲੱਗਦਾ ਸੀ, ਮਹਾਤਮਾ ਗਾਂਧੀ। ਆਪਦੀ, ਮੈਂ ਪਤਾ ਕੀ ਢਿੱਲੋਂ ਸਾਹਿਬ, ਤੁਸੀਂ ਆਪਦੀ ਗੱਲ ਆਪ ਹੀ ਕੰਟਰਾਡਿਕਟ ਕਰਦੇ ਹੋ। ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਕਿ ਇਹਨਾਂ ਚੀਜ਼ਾਂ ਦੇ ਕੋਈ ਜ਼ਿਆਦਾ ਮਾਇਨੇ ਹੁੰਦੇ ਨਹੀਂ, ਫਿਰ ਤੁਸੀਂ ਆਮ ਆਦਮੀ ਪਾਰਟੀ ਤੋਂ ਉਮੀਦ ਵੀ ਰੱਖਦੇ ਹੋ ਕਿ ਫੋਟੋ ਲਾਓ। ਮੇਰੀ ਗੱਲ ਸੁਣੋ, ਤੁਸੀਂ ਗੱਲ ਨੂੰ ਸਮਝਦੇ ਨਹੀਂ। ਤੁਸੀਂ ਸਿਰਫ, ਮੈਂ ਨਹੀਂ ਸਮਝਦਾ। ਤੁਸੀਂ ਬਿਆਨ ਦੇਣ ਕਰਕੇ ਬਿਆਨ ਦਿੰਦੇ ਹੋ। ਮੈਂ ਤੁਹਾਨੂੰ ਕੀ ਕਹਿ ਰਿਹਾ? ਮੈਂ ਕਹਿ ਰਿਹਾ, ਮੈਂ ਜੋ ਉਹਨਾਂ ਨੇ ਕੀਤਾ ਮੈਂ ਉਹ ਬੋਲ ਰਿਹਾ। ਮੈਂ ਇਹ ਨਹੀਂ ਬੋਲ ਰਿਹਾ ਵੀ ਅਸੀਂ ਇਹ ਕਰ ਰਹੇ ਹਾਂ ਜਾਂ ਅਸੀਂ ਇਹ ਕਰਾਂਗੇ। ਮੈਂ ਤੁਹਾਨੂੰ ਇੱਕ ਹਿਸਟੋਰੀਕਲ ਜਿਹੜੀ ਗੱਲ ਕੀਤੀ ਹੋਈ ਆ, ਮਹਾਤਮਾ ਗਾਂਧੀ ਦੇ ਨਾਂ ਤੇ ਅੰਦੋਲਨ ਸ਼ੁਰੂ ਕੀਤਾ ਸੀ ਉਹਨਾਂ ਨੇ। ਮੈਂ ਤਾਂ ਨਹੀਂ ਕਹਿ ਰਿਹਾ ਵੀ ਅਸੀਂ ਕੀਤਾ ਸੀ ਜਾਂ ਉਹ ਕੀਤਾ ਸੀ। ਮੈਂ ਤੁਹਾਨੂੰ ਇਹ ਕਹਿ ਰਿਹਾ, ਮਹਾਤਮਾ ਗਾਂਧੀ ਦੇ ਨਾਮ ਤੇ ਅੰਦੋਲਨ ਸ਼ੁਰੂ ਕੀਤਾ। ਜਦੋਂ ਸਰਕਾਰ ਚਾਹੇ ਤੇ ਮਹਾਤਮਾ ਗਾਂਧੀ ਦੀ ਫੋਟੋ ਬਾਹਰ ਕੱਢਤੀ। ਤੇ ਫਿਰ ਇਹਦੇ ਅੰਦਰ ਮੈਂ ਤਾਂ ਨਹੀਂ, ਇਹ ਮੇਰੀ ਗੱਲ ਨਹੀਂ ਆ ਨਾ, ਇਹ ਤਾਂ ਉਹਨਾਂ ਦੀ ਗੱਲ ਆ। ਜੋ ਉਹ ਬੋਲਦੇ ਸੀ, ਜੋ ਉਹ ਕਰਦੇ ਸੀ, ਉਹਦੇ ਵਿੱਚ ਫਰਕ ਆ। ਸਾਡੀ ਗੱਲ ਬੋਲਣ 'ਚ ਔਰ ਕਰਨ 'ਚ ਫਰਕ ਨਹੀਂ ਹੈਗਾ। ਲੇਕਿਨ ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਅੱਜ ਜਿਹੜੇ ਤੁਸੀਂ ਮਾਇਨੇ ਕਹਿੰਦੇ ਹੋ ਵੀ ਮਾਇਨੇ ਕਿੱਥੇ ਆ? ਅੱਜ ਦੇਸ਼ ਦੇ ਵਿੱਚ ਮਾਹੌਲ, ਮੈਂ ਫਿਰ ਕਹਿੰਦਾ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿੱਥੇ ਲੱਗ ਰਹੀ ਹੈ ਅੱਗ? ਕੌਣ ਲਾ ਰਿਹਾ ਹੈ? ਮੈਂ ਅੱਗ ਨਹੀਂ ਲੱਗ ਰਹੀ। ਕਿੱਥੇ ਲੱਗ ਰਹੀ ਦੱਸੋ ਮਾੜਾ ਦੱਸੋ। ਦੇ ਬੋਤਲ ਨੂੰ ਤੋੜਿਆ ਜਾਵੇ, ਨੌਜਵਾਨ ਗੈਂਗਸਟਰਾਂ ਵਾਲੇ ਪਾਸੇ ਨੂੰ ਜਾਵੇ, ਆਪਣਾ ਕੀ ਕਹਿੰਦੇ ਖਾਲਿਸਤਾਨ ਦੇ ਆਪਣਾ ਕੀ ਕਹਿੰਦੇ ਬੈਨਰ ਲੱਗਣ ਲੱਗ ਪੈਣ, ਔਰ ਆਪਣਾ ਕੀ ਕਹਿੰਦੇ ਤੁਸੀਂ ਅੱਜ ਕਿੰਨੇ ਅੱਜ ਇੱਕ ਮਿੰਟ ਹੋਰ ਛੱਡੋ। ਅੱਗ ਕੌਣ ਲੋਕ ਨੇ ਜਿਹੜੇ ਕਰਦੇ ਪਏ? ਇਹ ਕਰਦੇ ਕੌਣ ਪਏ ਆ? ਤੁਹਾਡੇ ਤੋਂ ਇੱਕ ਬਿਲਕੁਲ ਡਾਇਰੈਕਟ ਸਵਾਲ ਕਰਦਾ। ਦਵਿੰਦਰ ਜਟਾਣੇ ਬਾਰੇ ਗਾਣੇ ਤੋਂ ਪਹਿਲਾਂ ਕੌਣ ਜਾਣਦਾ ਸੀ? ਬਹੁਤ ਚੰਦ ਲੋਕ, ਘੱਟ ਲੋਕ ਜਾਣਦੇ ਸੀ। ਅੱਜ ਉਹਨੂੰ ਸੈਲੀਬ੍ਰੇਟ ਕਰ ਰਿਹਾ ਨੌਜਵਾਨ, ਸੈਲੀਬ੍ਰੇਟ ਕਰ ਰਿਹਾ ਨੌਜਵਾਨ। ਨੌਜਵਾਨ ਕੌਣ ਨੇ? ਮੈਂ ਉਹੀ ਤਾਂ ਕਹਿਣਾ ਨਾ, ਇਹ ਅੱਗ ਲਾਣਾ ਕੋਈ ਕਿੰਨੇ ਕੁ ਪਰਸੈਂਟ ਨੌਜਵਾਨ? ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤੁਸੀਂ ਸਾਰਿਆਂ ਨੂੰ ਲੈ ਲੈਂਦੇ ਹੋ ਵਿੱਚ। ਲੰਕੇਸ਼ ਜੀ, ਮੈਂ ਪਰਸਨਲੀ ਜਾ ਕੇ ਉਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਗੱਲ ਕੀਤਾ। ਬਾਕੀਆਂ ਦੇ ਚੈਨਲ ਨੇ ਕਿਹਦਾ ਸੈਲੀਬ੍ਰੇਟ ਕਿਹਨੂੰ ਕੀਤਾ? ਤੁਸੀਂ ਇਕੱਲਿਆਂ ਨੇ ਜਾ ਕੇ ਉਹਦੇ ਪਰਿਵਾਰ ਦਾ ਇੰਟਰਵਿਊ ਲਿੱਤਾ ਸੀ ਨਾ। ਬਾਕੀ ਸਾਰਿਆਂ ਨੇ ਕਿੱਧਰ ਜਾ ਕੇ ਸੈਲੀਬ੍ਰੇਟ ਕੀਤਾ? ਮੇਰਾ ਇੱਕ ਮੈਜੋਰਿਟੀ, ਮੈਂ ਤੁਹਾਨੂੰ ਕੀ ਕਹਿ ਰਿਹਾ, ਅੱਗ ਕੀ ਜਿੱਦਣ ਅੱਗ ਲੱਗ ਜੂਗੀ, ਜਿੱਦਣ ਬੰਬ ਬਲਾਸਟ ਹੋਣ ਲੱਗ ਪੈਣਗੇ, ਉਦੋਂ ਬੋਲਣਾ ਸ਼ੁਰੂ ਕਰੀਏ। ਜਿੱਦਣ ਜਾ ਕੇ ਨੌਜਵਾਨ ਵਾਕਿਆ AK-47 ਚੱਕ ਲੂਗਾ, ਉਦੋਂ ਬੋਲਣਾ। ਅੱਜ ਸੈਂਟੀਮੈਂਟ ਹੈ ਕਿ ਨਹੀਂ ਹੈ? ਅੱਜ ਸੈਂਟੀਮੈਂਟ ਅੱਜ ਪੰਜਾਬ 'ਚ ਵਾਇਲੈਂਸ ਸੈਲੀਬ੍ਰੇਟ ਹੋਣ ਲੱਗ ਪਿਆ। ਅੱਜ ਪੰਜਾਬ 'ਚ ਗੈਂਗਸਟਰਾਂ ਨੂੰ ਆਈਡਲ ਮੰਨਣ ਲੱਗ ਪਿਆ। ਨਹੀਂ ਕਰਦੇ। ਤੁਸੀਂ ਗੈਂਗਸਟਰਾਂ ਦੀ ਫੋਲੋਇੰਗ ਵੇਖ ਲਓ। ਤੁਸੀਂ ਅੱਜ ਜਿਨ੍ਹਾਂ ਬੰਦਿਆਂ ਨੇ ਕਿਸੇ ਦੀ ਹੱਤਿਆ ਕੀਤੀ ਆ, ਭਾਵੇਂ ਕੋਈ ਵੀ, ਅੱਜ ਉਹਨੂੰ ਸੈਲੀਬ੍ਰੇਟ ਕਰਨ ਲੱਗ ਪਏ ਆਪਾਂ। ਉਦੋਂ ਆਜ਼ਾਦੀ ਦੇ ਵਿੱਚ ਜਿਹੜੀਆਂ ਹੱਤਿਆਵਾਂ ਹੋਈਆਂ, ਉਹਨੂੰ ਅੱਜ ਦੇ ਨਾਲ ਕੰਪੇਅਰ ਕਰਨ ਲੱਗ ਪਏ ਆ। ਮੈਂ ਤਾਂ ਨੌਜਵਾਨਾਂ ਨੂੰ ਕਮੈਂਟ ਕਰਦੇ ਦੇਖਿਆ ਕਿ ਪੁਲਿਸ ਵਾਲੇ ਸਿੱਧਾ ਐਨਕਾਊਂਟਰ ਕਰਨ ਇਹਨਾਂ ਦਾ। ਮੈਂ ਤਾਂ ਨਹੀਂ ਦੇਖਿਆ ਕਿਸੇ ਨੂੰ ਕੋਈ ਗਲੋਰੀਫਾਈ ਕਰਦਾ ਪਿਆ, ਕਿ ਗੈਂਗਸਟਰ ਨੂੰ ਆਪਣਾ ਹੀਰੋ ਮੰਨਦਾ ਪਿਆ। ਫਿਰ ਜਾਂ ਤਾਂ ਤੁਸੀਂ ਹਨੇਰੇ 'ਚੋਂ ਜਾਂ ਮੈਂ ਹਨੇਰੇ 'ਚ, ਜਾਂ ਦੋਵਾਂ 'ਚੋਂ ਇੱਕ ਜਾਣਾ ਤਾਂ ਹਨੇਰੇ ਵਿੱਚ। ਤੁਸੀਂ ਕਮੈਂਟ ਨਹੀਂ ਪੜ੍ਹੇ? ਨਹੀਂ, ਮੈਂ ਤੁਹਾਨੂੰ ਕਮੈਂਟ ਹੁਣੇ ਖੋਲ ਲੈਂਦੇ ਆਪਾਂ, ਹੁਣੇ ਫੇਸਬੁੱਕ ਤੇ ਖੋਲਦਾ ਮੈਂ। ਤੁਸੀਂ ਕਿਹਾ ਨਹੀਂ ਜਦੋਂ ਲਾਰੈਂਸ ਬਿਸ਼ਨੋਈ ਨੂੰ ਵਾਪਸ ਲੈ ਕੇ ਆ ਰਹੇ ਸੀਗੇ, ਹਾਂ, ਉਸ ਵੇਲੇ ਸਾਰੇ ਮੀਡੀਆਦਾਰੇ ਕਵਰ ਕਰ ਰਹੇ ਸੀਗੇ, ਔਰ ਸਾਫ਼ ਲੋਕਾਂ ਦੀ ਇੱਕੋ ਇੱਕ ਮੰਗ ਸੀਗੀ ਕਿ ਇਹਨਾਂ ਦਾ ਹੱਲ ਕੁਝ ਹੋਰ ਹੈ। ਹਾਲਾਂਕਿ ਚਲੋ ਅਸੀਂ ਉਸਦੇ ਹੱਕ 'ਚ ਨਹੀਂ ਹੈਗੇ। ਆਪਾਂ ਉਹਦੇ ਵਿੱਚ ਆ ਜਾਂਦੇ ਆ। ਜਦੋਂ ਪਹਿਲੋਂ ਇਨਕਾਊਂਟਰ ਹੋਏ, ਉਹਨਾਂ ਦੇ ਵਿਰੋਧ ਵਿੱਚ ਵੀ ਬਹੁਤ ਲੋਕ ਸੀ ਨਾ। ਉਦੋਂ ਕਹਿੰਦੇ ਸੀ ਇਨਕਾਊਂਟਰ ਗਲਤ ਹੋਏ। ਅੱਜ ਅਸੀਂ ਇਸ ਵਿਚਾਰਧਾਰਾ ਦੇ, ਅਸੀਂ ਕਹਿੰਦੇ ਇਨਕਾਊਂਟਰ ਹੱਲ ਨਹੀਂ ਹੈਗਾ। ਕਾਨੂੰਨ ਵਿਵਸਥਾ ਵਾ, ਕਾਨੂੰਨ ਤਹਿਤ ਹੱਲ ਆ। ਇੱਕ ਬੰਦਾ ਜੇਲ੍ਹ 'ਚ ਹੋਵੇ, ਉਹਨੂੰ ਲਿਆ ਕੇ ਆਪਾਂ ਪੁਲਿਸ ਕਵੇ, ਤੁਸੀਂ ਕਹਿ ਰਹੇ ਹੋ ਵੀ ਉਹਨੂੰ ਜੇਲ੍ਹ 'ਚੋਂ ਲਿਆ ਕੇ ਗੋਲੀਆਂ ਮਾਰ ਦਿੱਤੀਆਂ ਜਾਣ। ਕੌਣ ਕਹਿ ਰਿਹਾ? ਨਹੀਂ, ਤੁਸੀਂ ਇਹ ਕਹਿੰਦੇ ਇਨਕਾਊਂਟਰ ਹੱਲ ਆ। ਇੰਨੇ ਲੋਕ ਖੜੇ ਹੋਏ ਆ, ਕਿਸੇ ਕੋਈ ਇੱਕ ਕਹਿ ਦੇਵੇ। ਮੈਂ ਕਿਹਾ ਲੋਕ ਕਮੈਂਟ ਕਰਦੇ ਪਏ ਜਦੋਂ ਤੁਸੀਂ ਕਹਿੰਦੇ ਹੋ ਕਿ ਜਸ਼ਨ ਮਨਾ ਰਹੇ ਲੋਕੀ। ਲੰਕੇਸ਼ ਜੀ, ਨਹੀਂ ਲੰਕੇਸ਼ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਨੌਜਵਾਨ ਵੀ ਅਗਰ ਕਹਿ ਰਿਹਾ ਹੈ ਅਸੀਂ ਇਸ ਵਿਚਾਰਧਾਰਾ ਦੇ ਖਿਲਾਫ ਹਾਂ,
ਅਗਰ ਕਾਂਗਰਸ ਪਾਰਟੀ ਦੇ ਟਾਈਮ ਦੇ ਵਿੱਚ ਵਧੀਕੀਆਂ ਹੋਈਆਂ ਜਿਨ੍ਹਾਂ ਨੇ ਵੀ ਕੀਤੀਆਂ, ਅੱਜ ਦੀ ਜਿਹੜੀ ਪ੍ਰੈਜ਼ੈਂਟ ਸਾਡੀ ਕਾਂਗਰਸ ਦੀ ਯੂਥ ਕਾਂਗਰਸ ਦੀ ਲੀਡਰਸ਼ਿਪ ਆ ਉਹ ਇਹਦੇ ਖਿਲਾਫ ਆ। ਕੈਪੀਟਲ ਪਨਿਸ਼ਮੈਂਟ ਕੋਈ ਵੀ ਹੋਵੇ ਉਹਦੇ ਖਿਲਾਫ ਹੀ ਹੋਣਾ ਚਾਹੀਦਾ। ਮੈਂ ਕੈਪੀਟਲ ਪਨਿਸ਼ਮੈਂਟ ਦੀ ਇੱਕ ਵੱਖਰੀ ਗੱਲ ਆ ਔਰ ਇੱਕ ਇਲੀਗਲ ਇਨਕਾਊਂਟਰ ਯੋਗੀ ਨੇ ਆਪਣਾ ਕੀ ਕਹਿੰਦੇ ਇੱਕ ਉੱਥੇ ਗੈਂਗਸਟਰ ਨੂੰ ਲੈ ਕੇ ਜਾ ਰਹੇ ਸੀ, ਮਾਰ ਦਿੱਤਾ ਗਿਆ, ਉਹਨੂੰ ਸੈਲੀਬ੍ਰੇਟ ਕੀਤਾ ਗਿਆ। ਅੱਜ ਇਸ ਸੋਚ ਨਾਲ ਵੀ ਜਦੋਂ ਐਕਸਟਰਾ ਕਨਸਟੀਟਿਊਸ਼ਨਲ ਅਥਾਰਟੀਆਂ ਯੂਜ਼ ਹੋਣਗੀਆਂ ਨਾ, ਪਹਿਲੋਂ ਆਪਾਂ ਆਪ ਕਹਿੰਦੇ ਆ ਵੀ ਇਹ ਚੀਜ਼ ਕਰੋ, ਫਿਰ ਜਦੋਂ ਆਪਣੇ ਘਰ ਅੱਗ ਲੱਗਦੀ ਆ ਨਾ ਉਦੋਂ ਤਕਲੀਫ ਹੁੰਦੀ ਆ। ਇਹ ਰਾਹ ਗਲਤ ਆ, ਅਸੀਂ ਇਹ ਕਹਿੰਦੇ ਆ ਰਾਹ ਤੇ ਨਾ ਚੱਲੀਏ। ਇਹ ਰਾਹ ਦਾ ਅੰਤ ਜਿਹੜਾ ਵਾ ਉਹ ਮਾੜਾ ਵਾ। ਇਹ ਆਪਣੀ ਇੰਟਰਵਿਊ ਲੰਬੀ ਹੋ ਗਈ, ਆਪਣੀ ਗੱਲਬਾਤ ਲੰਬੀ ਹੋ ਗਈ, ਲੇਕਿਨ ਇਹ ਡਿਬੇਟ ਜਿਹੜੀ ਹੈ ਜ਼ਰੂਰੀ ਆ। ਅਸਲੇ ਚੱਕਣੇ ਆ ਜਾਂ ਮਸਲੇ ਚੱਕਣੇ ਆ, ਫੈਸਲਾ ਆਪਾਂ ਪੰਜਾਬੀਆਂ ਨੇ ਕਰਨਾ। AK-47 ਚੱਕ ਕੇ ਹੱਲ ਕੱਢਣੇ ਆ ਜਾਂ ਸੜਕਾਂ ਤੇ ਉਤਰ ਕੇ ਨਾਨ ਵਾਇਲੈਂਟ ਤਰੀਕੇ ਨਾਲ ਧਰਨੇ ਲਾ ਕੇ ਜਿਵੇਂ ਕਿਸਾਨੀ ਅੰਦੋਲਨ 'ਚ ਕਿਹਾ ਉਵੇਂ ਹੱਲ ਕੱਢਣੇ ਆ। ਸਿਮਰਜੀਤ ਮਾਨ ਦੀ ਸੋਚ ਇੱਕ ਸੋਚ ਆ, ਕਾਂਗਰਸ ਪਾਰਟੀ ਦੀ ਇੱਕ ਸੋਚ ਆ, BJP ਦੀ ਇੱਕ ਸੋਚ ਆ। ਤੁਸੀਂ ਵੇਖੋ ਵੀ ਕਿਹੜੇ ਰਾਹ ਤੇ ਚੱਲ ਕੇ ਪੰਜਾਬ ਦੇ ਵਿੱਚ ਆਪਣਾ ਤਰੱਕੀ ਆਊਗੀ, ਪੰਜਾਬ ਸਹੀ ਆਬਾਦ ਹੋਊਗਾ। ਇਹਦੀ ਲੜਾਈ ਆ। ਅੱਜ ਕਈ ਲੋਕਾਂ ਨੂੰ ਇਹ ਲੱਗਦਾ ਵਾ ਵੀ ਸ਼ਾਇਦ ਜਿੱਦਣ ਆਪਾਂ ਆਪਣੇ ਹੀਰੋ ਅੱਜ ਪੰਜਾਬ ਦੇ ਕਿਹੜੇ ਆ, ਪੰਜਾਬ ਅੱਜ ਕਿਹਨੂੰ ਸੈਲੀਬ੍ਰੇਟ ਕਰ ਰਿਹਾ ਵਾ, ਉੱਥੋਂ ਪੰਜਾਬ ਦੀ ਜਨਰੇਸ਼ਨ, ਪੰਜਾਬ ਦੇ ਨੌਜਵਾਨਾਂ ਦੀ ਸੋਚ ਦਰਸਾਉਂਦੀ ਆ। ਜਿਸ ਦਿਨ ਆਪਾਂ ਵਾਇਲੈਂਸ ਨੂੰ ਸੈਲੀਬ੍ਰੇਟ ਕਰਾਂਗੇ, ਜਿਸ ਦਿਨ ਆਪਾਂ ਇਹ ਵਾਇਲੈਂਟ ਤਰੀਕਿਆਂ ਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਾਂਗੇ, ਤੇ ਫਿਰ ਉਹ ਪੰਜਾਬ ਉਸ ਰਾਹ ਦੇ ਉੱਤੇ ਚੱਲਣ ਨੂੰ ਆਪਣੇ ਆਪ ਸਾਨੂੰ, ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਉਹ ਨੌਜਵਾਨ ਚੱਲ ਪਊਗਾ। ਭਾਵੇਂ ਆਪਾਂ ਜੋ ਮਰਜ਼ੀ ਕਰੀਏ, ਆਪਾਂ ਇਸ ਸੈਲੀਬ੍ਰੇਸ਼ਨ ਨੂੰ ਰੋਕਣਾ ਚਾਹੁੰਦੇ ਵੀ ਵਾਇਲੈਂਸ ਕੋਈ ਸੈਲੀਬ੍ਰੇਸ਼ਨ ਨਹੀਂ ਆ, ਨੌਨ ਵਾਇਲੈਂਸ ਹੀ ਸੈਲੀਬ੍ਰੇਸ਼ਨ ਆ। ਔਰ ਇਹ ਰਾਹ ਨਾਲ ਹੀ ਅਮਨ ਸ਼ਾਂਤੀ ਆਊਗੀ। ਅੱਜ ਕਾਂਗਰਸ ਪਾਰਟੀ 'ਚ ਵੀ ਕਈ ਲੋਕ ਆ, ਸੋ ਮੇਰੀ ਬੇਨਤੀ ਆ ਅਮਨ ਸ਼ਾਂਤੀ ਨੂੰ, ਇਹ ਨਹੀਂ ਆ ਵੀ ਜਦੋਂ ਅੱਗ ਲੱਗ ਜੂਗੀ ਉਦੋਂ ਹੀ ਆਪਾਂ ਖੜੇ ਹੋਈਏ, ਫਿਰ ਕਹੋਗੇ ਤੁਸੀਂ ਪਹਿਲਾਂ ਨਹੀਂ ਬੋਲੇ। ਪੰਜਾਬ ਦੀ ਤਸਵੀਰ 'ਚ ਅੱਗ ਲਾਣਾ ਹੈ ਹੀ ਨਹੀਂਗਾ। ਤੁਹਾਨੂੰ ਲੱਗਦਾ ਪੰਜਾਬ ਦੀ ਤਸਵੀਰ ਹੈਗੀ ਹੈ ਕਿ ਉਹ ਸੜਕਾਂ ਤੇ ਆ ਕੇ ਨੌਜਵਾਨ ਜਿਹੜੇ ਪੰਜਾਬ ਦੇ ਹੈਗੇ ਨੇ ਅੱਗ ਲਾ ਦੇਣਗੇ ਕਿ 47 ਚੁੱਕ ਲੈਣਗੇ? ਪੰਜਾਬ ਬਹੁਤ ਸਮਝਦਾਰ ਹੋ ਗਿਆ ਹੋਇਆ। ਲੰਕੇਸ਼ ਜੀ, ਤੁਸੀਂ ਨਾ ਗੱਲ ਨੂੰ ਗਲਤ ਡਾਇਰੈਕਸ਼ਨ 'ਚ ਲੈ ਕੇ ਜਾ ਰਹੇ ਹੋ। ਗਲਤ ਨਹੀਂ ਲੈ ਕੇ ਜਾ ਰਿਹਾ। ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਚੱਕਿਆ ਗਿਆ ਸੀਗਾ AK-47। ਤਾਂ ਫਿਰ ਇੱਕ ਦੇਖੋ ਜਿਹੜੀ ਲਹਿਰ ਚੱਲਦੀ ਆ ਉਹਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਹੈਗੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਹੋਈਆਂ ਉਹਦੇ 'ਚ ਜਿਨ੍ਹਾਂ ਨੇ ਚੱਕੀਆਂ ਤੇ ਜਿਨ੍ਹਾਂ ਨੇ ਚਕਾਈਆਂ ਮੈਂ ਦੁਬਾਰਾ ਜ਼ੋਰ ਪਾ ਕੇ ਕਹਿਣਾ ਇੱਥੇ ਵੀ ਗੱਲ ਹੋਣੀ ਜ਼ਰੂਰੀ ਹੈ। ਲੇਕਿਨ ਅੱਜ ਉਹ ਵਿਸ਼ਾ ਨਹੀਂ ਹੈਗਾ, ਆਪਾਂ ਉੱਤੇ ਜ਼ਿਆਦਾ ਡਿਟੇਲਿੰਗ 'ਚ ਨਹੀਂ ਜਾ ਸਕਦੇ। ਲੇਕਿਨ ਗੱਲ ਇਹ ਹੈਗੀ ਹੈ ਕਿ ਇਹ ਡਿਬੇਟ ਕਰਨੀ ਬੜੀ ਜ਼ਰੂਰੀ ਸੀਗੀ ਤਾਂ ਕਿ ਜਿਹੜੇ ਕਈ ਲੋਕਾਂ ਦੇ ਦਿਮਾਗਾਂ ਦੇ ਵਿੱਚ ਭਰਮ ਸੀਗੇ ਉਹ ਦੂਰ ਹੋ ਜਾਣ। ਆਖਰੀ ਕਮੈਂਟ ਕੀ ਕਹੋਗੇ ਹੁਣ? ਮੈਂ ਇਹ ਕਹਿੰਦਾ, ਮਸਲਾ ਕਿਹੜਾ ਅੱਗ ਲਾ ਦੇ, ਪੰਜਾਬ ਦੀ ਅਗਰੈਸਿਵ ਸਟੇਟ ਆ ਔਰ ਪੰਜਾਬ ਦੇ ਵਿੱਚ ਸੈਂਟੀਮੈਂਟ ਬਹੁਤ ਵਾਜਬ ਆ ਵੀ ਪੰਜਾਬ ਨਾਲ ਧੱਕਾ ਹੋਇਆ ਵਾ। ਪੰਜਾਬ ਦੇ ਵਿੱਚ ਬੜਾ ਨੌਜਵਾਨ ਇਹ ਸੋਚਦਾ ਵਾ ਵੀ ਸਾਡੇ ਹੱਕਾਂ ਤੇ ਡਾਕੇ ਪਏ ਆ। ਆਨੰਦਪੁਰ ਰੈਜ਼ੋਲੂਸ਼ਨ ਹੋਵੇ, ਉਹਦੇ ਅੰਦਰ ਵੀ ਵੱਧ ਅਧਿਕਾਰਾਂ ਦੀ ਗੱਲ ਬੜੀ ਦੇਰ ਪਹਿਲਾਂ ਪੰਜਾਬ ਨੇ ਕੀਤੀ ਸੀ ਔਰ ਅੱਜ ਵੀ ਵੱਧ ਅਧਿਕਾਰਾਂ ਦੇ ਨਾਂ ਦੇ ਉੱਤੇ ਸੈਂਟੀਮੈਂਟ ਨੂੰ ਭੜਕਾਇਆ ਜਾ ਰਿਹਾ। ਅੱਜ ਵੀ ਪਾਣੀਆਂ ਦਾ ਮਸਲਾ ਰੈਲੇਵੈਂਟ ਆ। ਅੱਜ ਵੀ ਪੰਜਾਬ ਦੇ ਵਿੱਚ ਇਹ ਸੈਂਟੀਮੈਂਟ ਆਂਦਾ ਵੀ ਕੁਰਬਾਨੀਆਂ ਪੰਜਾਬ ਦੀਆਂ ਔਰ ਸਟੇਟ ਜਿਹੜੀ ਆ ਉਹ ਧੱਕਾ ਕਰਦੀ ਆ। ਇਹ ਸੈਂਟੀਮੈਂਟ ਰੈਲੇਵੈਂਟ ਆ। ਅਗਰ ਮੈਂ ਕਹਾਂ, ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਆ ਹਰਿਆਣੇ ਤੋਂ ਆ, ਇਹ ਰਾਜਸਥਾਨ ਤੋਂ, ਇਹ ਦੇਸ਼ ਦੇ ਵਿੱਚ ਵੀ ਇੱਕ ਜਿਹੜੀ ਤੁਸੀਂ ਉਹਦੀ ਗੱਲ ਕਰਦੇ ਹੋ, ਦੇਸ਼ ਇਸ ਚੀਜ਼ ਨੂੰ ਕਿਵੇਂ ਵੇਖਦਾ ਵਾ। ਅਸੀਂ ਇਹੀ ਦੱਸਣਾ ਚਾਹੁੰਦੇ ਆ ਵੀ ਪੰਜਾਬ, ਜੋ ਤੁਸੀਂ ਕਹਿੰਦੇ ਹੋ ਵੀ ਪੰਜਾਬ ਨੌਨ ਵਾਇਲੈਂਟ ਸਟੇਟ ਆ ਭਾਈ, ਲੇਕਿਨ ਪੰਜਾਬ ਦੇ ਵਿੱਚ ਸੈਂਟੀਮੈਂਟ ਨੂੰ ਕਾਬੂ 'ਚ ਰੱਖਣਾ ਬੜਾ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅੱਗ ਲੱਗਦੀ ਆ ਤੇ ਸਾਰੇ ਦੇਸ਼ 'ਚ ਮਾਹੌਲ ਖਰਾਬ ਹੁੰਦਾ। ਔਰ ਇਸ ਚੀਜ਼ ਨੂੰ ਆਪਾਂ ਰੋਕਣ ਵਾਸਤੇ ਬਾਰ-ਬਾਰ ਇਹ ਗੱਲਾਂ ਕਰਨੀਆਂ ਪੈਂਦੀਆਂ ਵਾ। ਅਸੀਂ ਨਹੀਂ ਕਹਿ ਰਹੇ ਵੀ ਪੰਜਾਬ ਦੇ ਵਿੱਚ ਨੌਜਵਾਨਾਂ ਨੇ AK-47 ਚੱਕ ਲੈਣੀ ਆ, ਲੇਕਿਨ ਹਾਂ ਕਈ ਲੋਕਾਂ ਦੀ ਕੋਸ਼ਿਸ਼ਾਂ ਹੈਗੀਆਂ, ਅਸੀਂ ਨਹੀਂ ਚੱਕਣ ਦੇਵਾਂਗੇ ਔਰ ਉਸ ਦੇ ਵਿੱਚ ਚਟਾਨ ਬਣ ਕੇ ਅਸੀਂ ਖੜਾਂਗੇ। ਇਹ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਇਹ ਗਲਤ। ਸੋ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਔਰ ਕਿਉਂਕਿ ਜੰਗ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ। ਕੈਮਰੇ ਤੇ ਸਾਥ ਦੇ ਰਹੇ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।